Hello students, but now in this video we proceed our next topics. ਆਪਾਂ ਆਪਣੀ ਪ੍ਰੀਵੀਅਸ ਵੀਡੀਓ ਦੇ ਵਿੱਚ ਬੈਂਡ ਥਿਊਰੀ ਆਫ ਸੋਲਿਡਸ ਪੜ੍ਹੀ ਸੀਗੀ। ਬੈਂਡ ਥਿਊਰੀ ਆਫ ਸੋਲਿਡਸ ਦੇ ਵਿੱਚ ਆਪਾਂ ਨੇ ਵੇਲੈਂਸ ਬੈਂਡ, ਕੰਡਕਸ਼ਨ ਬੈਂਡ, એનર્ਜੀ ਗੈਪ, ਇਹ ਸਾਰਾ ਕੁਝ ਸਟੱਡੀ ਕਰ ਲਿਆ ਸੀਗਾ, ਹੈ ਨਾ। ਈਵਨ ਆਪਾਂ ਨੇ ਇਹ ਵੀ ਡਿਸਕਸ ਕਰਦੇ ਸੀਗੇ ਵੀ ਕੰਡਕਟਰਸ ਦੇ ਬੈਂਡਸ ਕਿਹੋ ਜਿਹੇ ਹੁੰਦੇ ਨੇ, ਇਨਸੂਲੇਟਰਸ ਦੇ ਬੈਂਡਸ ਕਿਹੋ ਜਿਹੇ ਹੁੰਦੇ ਨੇ, ਸੈਮੀ ਕੰਡਕਟਰਸ ਦੇ ਬੈਂਡਸ ਕਿਹੋ ਜਿਹੇ ਹੁੰਦੇ ਨੇ, ਹੈ ਨਾ। ਸੈਮੀ ਕੰਡਕਟਰਸ ਦੇ ਬੈਂਡਸ ਕਿਹੋ ਜਿਹੇ ਹੁੰਦੇ ਨੇ ਬੇਟਾ? ਵੇਲੈਂਸ ਬੈਂਡ 'ਚ ਇਲੈਕਟ੍ਰੋਨਸ ਹੁੰਦੇ ਨੇ, ਕੰਡਕਸ਼ਨ ਬੈਂਡ ਐਮਪਟੀ ਹੁੰਦਾ ਹੈ, ਦੋਨਾਂ ਦੇ ਵਿਚਾਲੇ એનર્ਜੀ ਗੈਪ ਘੱਟ ਹੁੰਦਾ ਹੈ, ਲੈਸ ਦੈਨ 3 EV। ਸਿਲੀਕੋਨ ਸੈਮੀ ਕੰਡਕਟਰ ਵਾਸਤੇ 1.1 EV ਹੁੰਦਾ, ਜਰਮੇਨੀਅਮ ਸੈਮੀ ਕੰਡਕਟਰ ਵਾਸਤੇ ਤਾਂ ਹੋਰ ਵੀ ਘੱਟ ਹੁੰਦਾ ਹੈ, 0.7 EV। ਠੀਕ ਹੈ। ਨਾਓ ਇਨ ਦਿਸ ਵੀਡੀਓ ਵੀ ਆਰ ਗੋਇੰਗ ਟੂ ਸਟੱਡੀ ਨੈਕਸਟ ਟੋਪਿਕ, ਦੈਟ ਵਨ ਇਜ਼ ਇੰਟ੍ਰਿੰਸਿਕ ਸੈਮੀ ਕੰਡਕਟਰਸ। ਇੰਟ੍ਰਿੰਸਿਕ ਸੈਮੀ ਕੰਡਕਟਰਸ ਕਿਸ ਨੂੰ ਕਹਿੰਦੇ ਨੇ ਬੇਟਾ? ਓਕੇ, ਇਹ ਸਟੱਡੀ ਕਰਨੀ ਆਪਾਂ ਨੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਛ ਐਕਸਟਰਾ ਚੀਜ਼ ਟੋਪਿਕ ਤੋਂ ਹਟ ਕੇ ਉਹ ਦੱਸ ਰਿਹਾ। ਜਿਵੇਂ ਆਪਾਂ ਕਾਰਬਨ ਦਾ ਐਟੋਮਿਕ ਨੰਬਰ ਹੁੰਦਾ 6, ਸਿਲੀਕੋਨ ਦਾ ਐਟੋਮਿਕ ਨੰਬਰ 14, ਹੈ ਨਾ। ਜਰਮੇਨੀਅਮ ਦਾ ਐਟੋਮਿਕ ਨੰਬਰ 32, ਕਾਰਬਨ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 24, ਸਿਲੀਕੋਨ ਦੀ ਇਲੈਕਟ੍ਰਿਕ ਕੌਨਫੀਗਰੇਸ਼ਨ 284, ਹੈ ਨਾ। ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 2 8 18 4, ਐਵੇਂ ਹੁੰਦੀ ਹੈ ਨਾ ਬੇਟਾ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਮੇਰਾ ਕੁਐਸਚਨ ਇਹ ਹੈ ਵੀ ਬੇਟਾ ਜਰਮੇਨੀਅਮ ਦੇ ਵੀ ਆਊਟਰ ਮੋਸਟ ਸ਼ੈਲ 'ਚ 4 ਇਲੈਕਟ੍ਰੋਨਸ ਹੈ, ਸਿਲੀਕੋਨ ਦੇ ਵੀ ਆਊਟਰ ਮੋਸਟ ਸ਼ੈਲ 'ਚ 4 ਇਲੈਕਟ੍ਰੋਨਸ ਹੈ, ਕਾਰਬਨ ਦੇ ਵੀ ਆਊਟਰ ਮੋਸਟ ਸ਼ੈਲ 'ਚ 4 ਇਲੈਕਟ੍ਰੋਨਸ ਹੈ। ਦੈਨ ਸਿਲੀਕੋਨ ਐਂਡ ਜਰਮੇਨੀਅਮ ਆਰ ਐਕਟਿੰਗ ਐਜ਼ ਅ ਸੈਮੀ ਕੰਡਕਟਰ, but carbon acts as a insulator. Why? That is my question. Germanium and silicon and carbon, the outer structure same है, valence electrons 4 4 4 ਨੇ, ਹੈ ਨਾ। ਜਰਮੇਨੀਅਮ ਅਤੇ ਸਿਲੀਕੋਨ ਸੈਮੀ ਕੰਡਕਟਰ ਦੀ ਤਰ੍ਹਾਂ ਬਿਹੇਵ ਕਰਦੇ ਨੇ, ਕਾਰਬਨ ਸੈਮੀ ਕੰਡਕਟਰ ਦੀ ਤਰ੍ਹਾਂ ਬਿਹੇਵ ਨਹੀਂ ਕਰਦਾ। ਵਾਈ? ਉਹਦਾ ਕੰਸੈਪਟ ਇੰਨਾ ਹੀ ਹੈ ਬੇਟਾ ਵੀ ਜਰਮੇਨੀਅਮ ਦੇ ਵਿੱਚ ਜਿਹੜਾ એનર્ਜੀ ਗੈਪ ਹੁੰਦਾ, એનર્ਜੀ ਗੈਪ ਇਟ ਇਜ਼ 0.7 EV, ਕਾਫੀ ਘੱਟ ਹੁੰਦਾ, ਹੈ ਨਾ ਜਰਮੇਨੀਅਮ 'ਚ। ਸਿਲੀਕੋਨ ਦੇ ਵਿੱਚ એનર્ਜੀ ਗੈਪ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਕਿਉਂਕਿ ਇਲੈਕਟ੍ਰੋਨਸ ਨਿਊਕਲੀਅਸ ਦੇ ਕਲੋਜ਼ ਹੋ ਗਏ ਨਾ। ਜਿਹੜੇ 4 ਵੇਲੈਂਸ ਇਲੈਕਟ੍ਰੋਨਸ ਹੈ ਜਰਮੇਨੀਅਮ 'ਚ ਨਿਊਕਲੀਅਸ ਤੋਂ ਦੂਰ ਨੇ, એનર્ਜੀ ਗੈਪ ਘੱਟ ਹੈ, ਇਲੈਕਟ੍ਰੋਨਸ ਈਜ਼ੀਲੀ ਵੇਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ 'ਚ ਜਾ ਸਕਦੇ ਨੇ। ਸਿਲੀਕੋਨ ਦੇ ਵਿੱਚ ਇਲੈਕਟ੍ਰੋਨਸ ਨਿਊਕਲੀਅਸ ਦੇ ਕਲੋਜ਼ ਹੋ ਗਏ, એનર્ਜੀ ਗੈਪ ਥੋੜ੍ਹਾ ਜਿਹਾ ਵੱਧ ਗਿਆ। ਮਤਲਬ ਜਰਮੇਨੀਅਮ 'ਚ ਇਲੈਕਟ੍ਰੋਨਸ ਈਜ਼ੀਲੀ ਵੇਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ 'ਚ ਜਾ ਸਕਦੇ ਨੇ, ਜਰਮੇਨੀਅਮ ਨਾਲੋਂ ਸਿਲੀਕੋਨ 'ਚ ਇਲੈਕਟ੍ਰੋਨਸ ਥੋੜ੍ਹੇ ਜਿਹੇ ਮੁਸ਼ਕਿਲ ਨਾਲ ਜਾਣਗੇ, ਜ਼ਿਆਦਾ એનર્ਜੀ ਨਾਲ ਜਾਣਗੇ ਫਰੋਮ ਵੇਲੈਂਸ ਬੈਂਡ ਟੂ ਕੰਡਕਸ਼ਨ ਬੈਂਡ। ਕਾਰਬਨ ਦੇ ਕੇਸ 'ਚ ਇਹ ਜਿਹੜੇ 4 ਵੇਲੈਂਸ ਇਲੈਕਟ੍ਰੋਨਸ ਹੈ ਨਿਊਕਲੀਅਸ ਦੇ ਕਾਫੀ ਕਲੋਜ਼ ਹੈ, ਕਾਫੀ ਕਲੋਜ਼ ਹੋਣ ਕਰਕੇ ਜਿਹੜਾ એનર્ਜੀ ਗੈਪ ਹੈ ਇਹ ਬਹੁਤ ਜ਼ਿਆਦਾ ਹੁੰਦਾ, ਇਟ ਇਜ਼ ਗ੍ਰੇਟਰ ਦੈਨ 3 EV, ਹੈ ਨਾ। એનર્ਜੀ ਗੈਪ ਜ਼ਿਆਦਾ ਹੁੰਦਾ, ਇਸ ਕਰਕੇ ਇਲੈਕਟ੍ਰੋਨ ਵੇਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ 'ਚ ਤੁਸੀਂ ਨਹੀਂ ਪਹੁੰਚਾ ਸਕਦੇ। ਐਂਡ ਜਦ ਤੱਕ ਇਲੈਕਟ੍ਰੋਨ ਕੰਡਕਸ਼ਨ ਬੈਂਡ 'ਚ ਨਹੀਂ ਪਹੁੰਚਣਗੇ ਸਬਸਟਾਂਸ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰੂਗਾ। ਤਾਂ ਕਾਰਬਨ ਦੇ ਕੇਸ 'ਚ ਜਿਹੜਾ એનર્ਜੀ ਗੈਪ ਹੈ ਬੇਟਾ ਇਹ ਜ਼ਿਆਦਾ ਹੈ ਨਾ। ਲਾਰਜ એનર્ਜੀ ਗੈਪ ਹੋਣ ਕਰਕੇ ਇਲੈਕਟ੍ਰੋਨਸ ਵੇਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ 'ਚ ਸ਼ਿਫਟ ਨਹੀਂ ਹੋ ਸਕਦੇ, ਇਸ ਕਰਕੇ ਕਾਰਬਨ ਬਿਹੇਵਸ ਲਾਈਕ ਅ ਇਨਸੂਲੇਟਰ ਬਟ ਸਿਲੀਕੋਨ ਐਂਡ ਜਰਮੇਨੀਅਮ ਬਿਹੇਵਸ ਲਾਈਕ ਅ ਸੈਮੀ ਕੰਡਕਟਰ। ਇੱਕ ਚੀਜ਼ ਹੋਰ ਦੱਸ ਰਿਹਾ ਮੈਂ ਤੁਹਾਨੂੰ, ਓਕੇ, ਦੈਟ ਵਨ ਇਜ਼ ਕਿ ਜਿਵੇਂ ਕਾਰਬਨ ਦੇ 4 ਵੇਲੈਂਸ ਇਲੈਕਟ੍ਰੋਨਸ ਨੇ, ਆਪਾਂ ਐਵੇਂ ਸ਼ੋਅ ਕਰ ਦਿੰਦੇ ਹੁੰਦੇ ਹਾਂ। ਸਿਲੀਕੋਨ ਦੇ ਵੀ 4 ਵੇਲੈਂਸ ਇਲੈਕਟ੍ਰੋਨਸ ਨੇ, ਜਰਮੇਨੀਅਮ ਦੇ ਵੀ 4 ਵੇਲੈਂਸ ਇਲੈਕਟ੍ਰੋਨਸ ਨੇ। ਤਾਂ ਜਿਵੇਂ ਕਾਰਬਨ ਆਪਣੇ ਹੀ ਨੇਬਰਿੰਗ ਕਾਰਬਨਸ ਨਾਲ, ਹੈ ਨਾ, ਇੱਕ ਇਲੈਕਟ੍ਰੋਨ ਸ਼ੇਅਰ ਕਰਕੇ ਕੋਵਲੈਂਟ ਬੌਂਡ ਬਣਾ ਲੈਂਦੀ ਹੁੰਦੀ ਹੈ ਲਾਈਕ ਦਿਸ, ਹੈ ਨਾ, ਆਪਣੇ ਹੀ ਨੇਬਰਸ ਨਾਲ, ਹੈ ਨਾ, ਇੱਕ ਇਲੈਕਟ੍ਰੋਨ ਸ਼ੇਅਰ ਕਰਕੇ ਕੋਵਲੈਂਟ ਬੌਂਡ ਬਣਾ ਲੈਂਦੀ ਹੈ, ਇੱਕ ਬਹੁਤ ਵੱਡੀ ਚੇਨ ਬਣਾ ਸਕਦੀ ਹੈ। ਦੈਟ ਪ੍ਰੋਪਰਟੀ ਆਫ ਕਾਰਬਨ ਇਜ਼ ਨੋਨ ਐਜ਼ ਕੈਟੀਨੇਸ਼ਨ। ਪਤਾ ਨਾ ਬੇਟਾ, ਕਾਰਬਨ ਦੀ ਇਸ ਪ੍ਰੋਪਰਟੀ ਨੂੰ ਅਸੀਂ ਕੀ ਬੋਲਦੇ ਹੁੰਦੇ ਹਾਂ? ਕੈਟੀਨੇਸ਼ਨ। ਜਿਵੇਂ ਕਾਰਬਨ ਆਪਣੇ ਹੀ ਨੇਬਰਸ ਨਾਲ ਆਪਣੇ ਇਲੈਕਟ੍ਰੋਨਸ ਸ਼ੇਅਰ ਕਰਕੇ ਬੌਂਡਸ ਬਣਾਉਂਦੀ ਹੈ, ਉਵੇਂ ਸਿਲੀਕੋਨ ਅਤੇ ਜਰਮੇਨੀਅਮ 'ਚ ਵੀ ਇਹ ਪ੍ਰੋਪਰਟੀ ਹੁੰਦੀ ਹੈ। ਸਿਲੀਕੋਨ ਵੀ ਜਰਮੇਨੀਅਮ ਵੀ ਆਪਣੇ ਹੀ ਨੇਬਰਰ ਐਟਮਸ ਨਾਲ ਮਿਲ ਕੇ ਆਪਣਾ ਇੱਕ ਇਲੈਕਟ੍ਰੋਨ ਸ਼ੇਅਰ ਕਰਕੇ ਬਹੁਤ ਵੱਡੀ ਚੇਨ ਬਣਾ ਸਕਦੇ ਨੇ, ਹੈ ਨਾ। ਜਿਵੇਂ ਕਾਰਬਨ 'ਚ ਕੈਟੀਨੇਸ਼ਨ ਦੀ ਪ੍ਰੋਪਰਟੀ ਹੁੰਦੀ ਹੈ, ਸਿਲੀਕੋਨ ਅਤੇ ਜਰਮੇਨੀਅਮ 'ਚ ਵੀ ਕੈਟੀਨੇਸ਼ਨ ਦੀ ਪ੍ਰੋਪਰਟੀ ਹੁੰਦੀ ਹੈ।
ਸਿਲੀਕੋਨ ਤੇ ਜਰਮੇਨੀਅਮ ਕਾਰਬਨ ਦੀ ਹੀ ਤਰ੍ਹਾਂ ਆਪਣੇ ਨੇਬਰਰਸ ਨਾਲ ਆਪਣਾ ਇੱਕ ਇੱਕ ਇਲੈਕਟ੍ਰੋਨ ਸ਼ੇਅਰ ਕਰਕੇ ਕੋਵਲੈਂਟ ਬੌਂਡ ਬਣਾ ਕੇ ਬਹੁਤ ਵੱਡੀ ਚੇਨ, ਬਹੁਤ ਵੱਡਾ ਗਰੁੱਪ ਕ੍ਰੀਏਟ ਕਰ ਸਕਦੇ ਨੇ ਸਿਲੀਕੋਨ ਐਂਡ ਜਰਮੇਨੀਅਮ ਵੀ। ਕਲੀਅਰ? ਆ ਦੋ ਪੁਆਇੰਟਸ ਕਲੀਅਰ ਹੋ ਗਏ। ਨਾਓ ਵਾਟ ਆਰ ਇੰਟ੍ਰਿੰਸਿਕ ਸੈਮੀਕੰਡਕਟਰਸ? ਇੰਟ੍ਰਿੰਸਿਕ ਸੈਮੀਕੰਡਕਟਰਸ ਕੀ ਹੁੰਦੇ ਨੇ? ਜਿਹੜੇ ਸੈਮੀਕੰਡਕਟਰਸ ਬਿਲਕੁਲ ਪਿਓਰ ਫਾਰਮ 'ਚ ਹੋਣ, ਪਿਓਰ ਫਾਰਮ 'ਚ ਇੱਕੋ ਹੀ ਐਲੀਮੈਂਟ ਦੇ ਬਣੇ ਹੋਣ, ਓਨਲੀ ਮੇਡ ਅਪ ਫਰੋਮ ਸਿੰਗਲ ਐਲੀਮੈਂਟ, ਇੱਕੋ ਐਲੀਮੈਂਟ ਦੇ ਬਣੇ ਹੋਣ। ਜਿਵੇਂ ਸਪੋਜ਼ ਕਰੋ ਆ ਜਿਹੜਾ ਕ੍ਰਿਸਟਲ ਹੈ ਇਹ ਸਿਲੀਕੋਨ ਐਟਮ ਦਾ, ਤਾਂ ਇਸ 'ਚ ਸਾਰੇ ਹੀ ਐਟਮ ਸਿਲੀਕੋਨ ਦੇ ਹੋਣ, ਸਾਰੇ ਹੀ ਐਟਮ ਸਿਲੀਕੋਨ ਦੇ ਹੋਣ, ਤਾਂ ਆਪਾਂ ਕਹਾਂਗੇ ਵੀ ਇਹ ਜਿਹੜਾ ਸੈਮੀਕੰਡਕਟਰ ਹੈ ਇਹ ਬਿਲਕੁਲ ਪਿਓਰ ਹੈ। ਇਸ 'ਚ ਇੱਕ ਵੀ ਐਟਮ ਦੂਸਰਾ ਨਹੀਂ ਹੈ, ਇਸ ਦੇ ਵਿੱਚ ਇੱਕ ਸਿੰਗਲ ਐਟਮ ਵੀ ਦੂਸਰਾ ਨਹੀਂ ਹੈ, ਸਾਰੇ ਹੀ ਐਟਮਸ ਇੱਕੋ ਹੀ ਐਲੀਮੈਂਟ ਦੇ ਨੇ, ਐਂਡ ਦੈਟ ਐਲੀਮੈਂਟ ਇਜ਼ ਸਿਲੀਕੋਨ, ਹੈ ਨਾ। ਤਾਂ ਇਸ ਸੈਮੀਕੰਡਕਟਰ ਨੂੰ ਬੋਲਿਆ ਜਾਏਗਾ ਪਿਓਰ ਸੈਮੀਕੰਡਕਟਰ ਜਾਂ ਇੰਟ੍ਰਿੰਸਿਕ ਸੈਮੀਕੰਡਕਟਰ। ਇੰਟ੍ਰਿੰਸਿਕ ਸੈਮੀਕੰਡਕਟਰਸ ਆਰ ਦਾ ਪਿਓਰ ਸੈਮੀਕੰਡਕਟਰਸ। Intrinsic semiconductors are the pure semiconductors which are made up from atoms of single element, ਇੱਕੋ ਐਲੀਮੈਂਟ ਦੇ ਐਟਮਸ ਤੋਂ ਬਣੇ ਹੋਣ। ਤਾਂ ਸਿਲੀਕੋਨ ਆਪਣੇ ਹੀ ਨੇਬਰਰ ਸਿਲੀਕੋਨਸ ਨਾਲ ਮਿਲ ਕੇ ਆਪਣਾ ਇੱਕ ਇੱਕ ਇਲੈਕਟ੍ਰੋਨ ਹੈ ਨਾ ਸ਼ੇਅਰ ਕਰਕੇ ਕੀ ਬਣਾਉਂਦੀ ਹੈ ਬੇਟਾ? ਕੋਵਲੈਂਟ ਬੌਂਡ ਬਣਾਉਂਦੀ ਹੈ। ਕੋਵਲੈਂਟ ਬੌਂਡ ਬਣਾ ਕੇ ਇੱਕ ਬਹੁਤ ਵੱਡਾ ਗਰੁੱਪ ਕ੍ਰੀਏਟ ਕਰ ਸਕਦੀ ਹੈ, ਇੱਕ ਬਹੁਤ ਵੱਡਾ ਮਟੀਰੀਅਲ ਕ੍ਰੀਏਟ ਕਰ ਸਕਦੀ ਹੈ, ਸਿਲੀਕੋਨ ਵੀ ਐਂਡ ਜਰਮੇਨੀਅਮ ਵੀ। ਜਿੱਥੇ ਤੁਸੀਂ ਆ ਸਿਲੀਕੋਨ ਇੰਡੀਕੇਟ ਕੀਤੇ ਨੇ, ਤੁਸੀਂ ਇੱਥੇ ਸਾਰੀ ਜਗ੍ਹਾ ਜਰਮੇਨੀਅਮ ਵੀ ਇੰਡੀਕੇਟ ਕਰ ਸਕਦੇ ਹੋ, ਫਿਰ ਉਹ ਸੈਮੀਕੰਡਕਟਰ ਜਰਮੇਨੀਅਮ ਦਾ ਹੋ ਜਾਏਗਾ। ਜਿਵੇਂ ਸਿਲੀਕੋਨ ਦਾ ਪਿਓਰ ਸੈਮੀਕੰਡਕਟਰ ਬਣ ਸਕਦਾ, ਉਵੇਂ ਜਰਮੇਨੀਅਮ ਦਾ ਵੀ ਪਿਓਰ ਸੈਮੀਕੰਡਕਟਰ ਬਣ ਸਕਦਾ। ਕਲੀਅਰ ਬੇਟਾ? ਸਮਝ ਗਏ? ਤਾਂ ਇਹ ਹੁੰਦੇ ਨੇ ਇੰਟ੍ਰਿੰਸਿਕ ਸੈਮੀਕੰਡਕਟਰਸ ਵਿਚ ਆਰ ਪਿਓਰ, ਜਿਸ 'ਚ ਕੋਈ ਹੋਰ ਐਟਮ ਹੋਏਗਾ ਹੀ ਨਹੀਂ, ਕਿਸੇ ਹੋਰ ਐਲੀਮੈਂਟ ਦਾ ਐਟਮ ਹੋਏਗਾ ਹੀ ਨਹੀਂ, ਸਾਰੇ ਐਟਮਸ ਇੱਕੋ ਐਲੀਮੈਂਟ ਦੇ ਹੋਣਗੇ। ਕਲੀਅਰ? ਇਹ ਹੁੰਦੇ ਨੇ ਇੰਟ੍ਰਿੰਸਿਕ ਸੈਮੀਕੰਡਕਟਰਸ। ਠੀਕ ਹੈ? ਕਹਿੰਦੇ ਨੇ ਹੁਣ ਅੱਛਾ, ਹੁਣ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਐਕਸਪਲੇਨ ਕਰਾਂਗਾ ਇਹ ਦੋ ਥਿਊਰੀਜ਼ ਦੇ ਅਕੋਰਡਿੰਗ ਐਕਸਪਲੇਨ ਕਰਾਂਗਾ। ਇੱਕ ਅਕੋਰਡਿੰਗ ਟੂ ਬੌਂਡ ਥਿਊਰੀ, ਇੱਕ ਅਕੋਰਡਿੰਗ ਟੂ ਬੈਂਡ ਥਿਊਰੀ। ਇੱਕ ਬੌਂਡ ਥਿਊਰੀ ਦੇ ਅਕੋਰਡਿੰਗ, ਇੱਕ ਬੈਂਡ ਥਿਊਰੀ ਦੇ ਅਕੋਰਡਿੰਗ। ਪਹਿਲਾਂ ਬੌਂਡ ਥਿਊਰੀ ਦੇ ਅਕੋਰਡਿੰਗ ਐਕਸਪਲੇਨ ਕਰਦਾ ਮੈਂ, ਹੈ ਨਾ। ਕਹਿੰਦੇ ਵੀ ਐਟ 0 ਕੈਲਵਿਨ ਟੈਂਪਰੇਚਰ, ਐਟ 0 ਕੈਲਵਿਨ ਟੈਂਪਰੇਚਰ ਇੰਟ੍ਰਿੰਸਿਕ ਸੈਮੀਕੰਡਕਟਰਸ, intrinsic semiconductors behaves like insulators. Why? 0 ਕੈਲਵਿਨ ਟੈਂਪਰੇਚਰ ਤੇ ਜਿਹੜੇ ਆ ਇੰਟ੍ਰਿੰਸਿਕ ਸੈਮੀਕੰਡਕਟਰਸ ਨੇ ਕਹਿੰਦੇ ਇਨਸੂਲੇਟਰਸ ਦਾ ਕੰਮ ਕਰਦੇ ਨੇ। ਕਿਉਂ? ਕਾਰਨ ਦੱਸੋ। ਜਦ ਕਿ ਸਿਲੀਕੋਨ ਕੋਲ 4 ਵੈਲੈਂਸ ਇਲੈਕਟ੍ਰੋਨਸ ਨੇ। ਆ ਦੇਖੋ, ਇੱਕ ਸਿਲੀਕੋਨ ਐਟਮ ਕੋਲ, ਹੈ ਨਾ, ਇੱਕ ਸਿਲੀਕੋਨ ਐਟਮ ਕੋਲ 4 ਵੈਲੈਂਸ ਇਲੈਕਟ੍ਰੋਨਸ ਨੇ, ਫਿਰ ਵੀ 0 ਕੈਲਵਿਨ ਟੈਂਪਰੇਚਰ 'ਤੇ ਆ ਜਿਹੜਾ ਇੰਟ੍ਰਿੰਸਿਕ ਸੈਮੀਕੰਡਕਟਰ ਹੈ ਇਹ ਇਨਸੂਲੇਟਰ ਦਾ ਕੰਮ ਕਰਦਾ। ਇਟ ਬਿਹੇਵਸ ਲਾਈਕ ਅ ਇਨਸੂਲੇਟਰ। ਉਹਦਾ ਕਾਰਨ ਸਿੰਪਲ ਹੈ ਬੇਟਾ, ਵੀ ਮੰਨਿਆ ਵੀ ਹਰ ਸਿਲੀਕੋਨ ਐਟਮ ਕੋਲ, ਮੰਨਿਆ ਵੀ ਹਰ ਸਿਲੀਕੋਨ ਐਟਮ ਕੋਲ 4 ਵੈਲੈਂਸ ਇਲੈਕਟ੍ਰੋਨਸ ਨੇ, 4 ਵੈਲੈਂਸ ਇਲੈਕਟ੍ਰੋਨਸ ਨੇ, ਬਟ ਉਹਨਾਂ 'ਚੋਂ ਕੋਈ ਵੀ ਇਲੈਕਟ੍ਰੋਨ ਫ੍ਰੀ ਨਹੀਂ ਹੈਗਾ। all electrons are bounded with the neighbor atoms with the help of covalent bond। ਜਿਵੇਂ ਆ ਇਲੈਕਟ੍ਰੋਨ ਇਸ ਇਲੈਕਟ੍ਰੋਨ ਨਾਲ ਬਾਉਂਡ ਹੈ ਕੋਵਲੈਂਟ ਬੌਂਡ ਦੀ ਹੈਲਪ ਨਾਲ। ਇਹ ਬੇਟਾ ਡਬਲ ਕੋਵਲੈਂਟ ਬੌਂਡ ਨਾ ਸਮਝ ਲਿਓ ਕਿਤੇ ਤੁਸੀਂ ਇਹਨੂੰ ਡਬਲ ਬੌਂਡ ਸਮਝ ਲਓ, ਇਹ ਡਬਲ ਬੌਂਡ ਨਹੀਂ ਹੈਗਾ, ਇਹ ਸਿੰਗਲ ਬੌਂਡ ਹੈ। ਇਹ ਦੋ ਲਾਈਨਸ ਤਾਂ ਮੈਂ ਇਸ ਕਰਕੇ ਲਗਾਈਆਂ ਨੇ ਵੀ ਆਹ ਵਾਲੇ ਦੋ ਇਲੈਕਟ੍ਰੋਨਸ ਸ਼ੇਅਰ ਹੋ ਕੇ ਇੱਕ ਬੌਂਡ ਬਣ ਗਿਆ, ਆਹ ਦੋ ਇਲੈਕਟ੍ਰੋਨਸ ਸ਼ੇਅਰ ਹੋ ਕੇ ਇੱਕ ਬੌਂਡ ਬਣ ਗਿਆ, ਆਹ ਦੋ ਇਲੈਕਟ੍ਰੋਨ ਸ਼ੇਅਰ ਹੋ ਕੇ ਇੱਕ ਬੌਂਡ ਬਣ ਗਿਆ, ਆਹ ਵਾਲੇ ਦੋ ਇਲੈਕਟ੍ਰੋਨ ਸ਼ੇਅਰ ਹੋ ਕੇ ਇੱਕ ਬੌਂਡ ਬਣ ਗਿਆ, ਆਹ ਦੋ ਇਲੈਕਟ੍ਰੋਨ ਸ਼ੇਅਰ ਹੋ ਕੇ ਇੱਕ ਬੌਂਡ ਬਣ ਗਿਆ। ਇਹ ਤਾਂ ਮੈਂ ਇਹ ਤੁਹਾਨੂੰ ਕੀਤਾ ਵੀ ਕਿਹੜੇ ਕਿਹੜੇ ਇਲੈਕਟ੍ਰੋਨਸ ਨੇ ਸ਼ੇਅਰ ਹੋ ਕੇ ਬੌਂਡ ਬਣਾਇਆ, ਬਟ ਇਟ ਇਜ਼ ਨੋਟ ਅ ਡਬਲ ਬੌਂਡ, ਇਟ ਇਜ਼ ਅ
ਸਿੰਗਲ ਬੌਂਡ, ਇਹ ਸਿੰਗਲ ਬੌਂਡ ਹੀ ਨੇ। ਸਿਲੀਕੋਨ ਕੋਲ, ਹਰ ਸਿਲੀਕੋਨ ਕੋਲ 4 ਵੇਲੈਂਸ ਇਲੈਕਟ੍ਰੋਨਸ ਹੁੰਦੇ ਨੇ, ਬਟ 4 ਵੇਲੈਂਸ ਇਲੈਕਟ੍ਰੋਨ 'ਚੋਂ ਕੋਈ ਵੀ ਇਲੈਕਟ੍ਰੋਨ ਫ੍ਰੀ ਨਹੀਂ ਹੈਗਾ। ਇਹ 4 ਦੇ 4 ਇਲੈਕਟ੍ਰੋਨਸ ਨੇਬਰਸ ਨਾਲ ਬਾਉਂਡਡ ਨੇ ਵਿਦ ਦਾ ਹੈਲਪ ਆਫ ਕੋਵਲੈਂਟ ਬੌਂਡਸ। ਕਿਉਂਕਿ ਕੋਈ ਵੀ ਇਲੈਕਟ੍ਰੋਨ ਫ੍ਰੀ ਨਹੀਂ ਹੈ, ਕੋਈ ਵੀ ਇਲੈਕਟ੍ਰੋਨ ਫ੍ਰੀ ਨਹੀਂ ਹੈ, ਇਸ ਕਰਕੇ ਸਬਸਟਾਂਸ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰ ਸਕਦਾ। ਇਟ ਬਿਹੇਵਸ ਲਾਈਕ ਇਨਸੂਲੇਟਰ। ਬੇਟਾ ਸਬਸਟਾਂਸ ਇਲੈਕਟ੍ਰਿਸਿਟੀ ਕੰਡਕਟ ਤਾਂ ਕਰੂਗਾ ਨਾ ਜੇ ਇਲੈਕਟ੍ਰੋਨਸ ਮੂਵ ਕਰਨਗੇ। ਜਦ ਕੋਈ ਇਲੈਕਟ੍ਰੋਨ ਹੀ ਫ੍ਰੀ ਨਹੀਂ ਹੈ ਜਿਹੜਾ ਮੂਵ ਕਰ ਸਕੇ, ਆ ਵੀ ਨਹੀਂ ਮੂਵ ਕਰ ਸਕਦਾ ਬਾਉਂਡਡ ਹੈ, ਆ ਵੀ ਨਹੀਂ ਮੂਵ ਕਰ ਸਕਦਾ ਬਾਉਂਡਡ ਹੈ, ਆ ਵੀ ਨਹੀਂ ਮੂਵ ਕਰ ਸਕਦਾ ਬਾਉਂਡਡ ਹੈ, ਆ ਵੀ ਨਹੀਂ ਮੂਵ ਕਰ ਸਕਦਾ ਬਾਉਂਡਡ ਹੈ। ਕੋਈ ਵੀ ਇਲੈਕਟ੍ਰੋਨ ਫ੍ਰੀ ਹੈ ਹੀ ਨਹੀਂ ਜਿਹੜਾ ਮੂਵ ਕਰ ਸਕੇ। ਆਲ ਇਲੈਕਟ੍ਰੋਨਸ ਆਰ ਬਾਉਂਡਡ, ਸਾਰੇ ਇਲੈਕਟ੍ਰੋਨਸ ਬਾਉਂਡਡ ਨੇ। ਤਾਂ ਕਿਉਂਕਿ ਸਿਲੀਕੋਨ ਕੋਲ 4 ਵੇਲੈਂਸ ਇਲੈਕਟ੍ਰੋਨਸ ਹੁੰਦੇ ਨੇ, ਬਟ ਉਹਨੇ ਆਪਣੇ ਚਾਰੇ ਇਲੈਕਟ੍ਰੋਨਸ ਬਾਉਂਡ ਕਰ ਰੱਖੇ ਨੇ ਆਪਣੇ ਨੇਬਰਰ ਸਿਲੀਕੋਨ ਐਟਮਸ ਨਾਲ। ਦੈਟਸ ਵਾਈ ਕੋਈ ਵੀ ਇਲੈਕਟ੍ਰੋਨ ਫ੍ਰੀ ਨਹੀਂ ਹੈ। ਦੈਟਸ ਵਾਈ ਦਿਸ ਸੈਮੀ ਕੰਡਕਟਰ ਬਿਹੇਵਸ ਲਾਈਕ ਇਨਸੂਲੇਟਰ। ਇਹ ਮੈਂ ਤੁਹਾਨੂੰ ਐਕਸਪਲੇਨ ਕੀਤਾ ਅਕੋਰਡਿੰਗ ਟੂ ਬੌਂਡ ਥਿਊਰੀ, ਅਕੋਰਡਿੰਗ ਟੂ ਬੌਂਡ ਥਿਊਰੀ। ਨਾਓ ਕਮ ਟੂ ਬੈਂਡ ਥਿਊਰੀ। ਐਟ 0 ਕੈਲਵਿਨ ਟੈਂਪਰੇਚਰ ਕਹਿੰਦੇ ਸਾਰੇ ਇਲੈਕਟ੍ਰੋਨਸ ਵੇਲੈਂਸ ਬੈਂਡ 'ਚ ਹੁੰਦੇ ਨੇ। ਆਲ ਇਲੈਕਟ੍ਰੋਨਸ ਆਰ ਪ੍ਰੈਜ਼ੈਂਟ ਇਨ ਵੇਲੈਂਸ ਬੈਂਡ। ਕੰਡਕਸ਼ਨ ਬੈਂਡ ਟੋਟਲੀ ਐਮਪਟੀ ਹੁੰਦਾ ਹੈ। ਕਿਉਂਕਿ ਕੰਡਕਸ਼ਨ ਬੈਂਡ ਟੋਟਲੀ ਐਮਪਟੀ ਹੈ, ਇਸ ਕਰਕੇ ਇਹ ਸਬਸਟਾਂਸ 0 ਕੈਲਵਿਨ ਟੈਂਪਰੇਚਰ 'ਤੇ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰੇਗਾ। ਇਟ ਬਿਹੇਵਸ ਲਾਈਕ ਇਨਸੂਲੇਟਰ। ਉਹ ਇਨਸੂਲੇਟਰ ਦੀ ਤਰ੍ਹਾਂ ਬਿਹੇਵ ਕਰੇਗਾ। ਸਮਝ ਗਏ? ਬੌਂਡ ਥਿਊਰੀ ਦੇ ਅਕੋਰਡਿੰਗ ਮੈਂ ਤੁਹਾਨੂੰ ਕੀ ਦੱਸਿਆ ਬੇਟਾ? ਅਕੋਰਡਿੰਗ ਟੂ ਬੌਂਡ ਥਿਊਰੀ ਕੀ ਦੱਸਿਆ ਵੀ ਹਰ ਸਿਲੀਕੋਨ ਐਟਮ ਕੋਲ 4 ਵੇਲੈਂਸ ਇਲੈਕਟ੍ਰੋਨਸ ਹੁੰਦੇ ਨੇ, ਬਟ ਸਾਰੇ ਇਲੈਕਟ੍ਰੋਨਸ ਆਪਣੇ ਨੇਬਰਰ ਸਿਲੀਕੋਨ ਐਟਮਸ ਨਾਲ ਕੀ ਹੁੰਦੇ ਨੇ? ਬਾਉਂਡਡ ਵਿਦ ਦਾ ਹੈਲਪ ਆਫ ਕੋਵਲੈਂਟ ਬੌਂਡ। ਕੋਵਲੈਂਟ ਬੌਂਡਸ ਦੀ ਹੈਲਪ ਨਾਲ ਬਾਉਂਡਡ ਹੁੰਦੇ ਨੇ। ਕੋਈ ਵੀ ਇਲੈਕਟ੍ਰੋਨ 0 ਕੈਲਵਿਨ ਟੈਂਪਰੇਚਰ 'ਤੇ ਫ੍ਰੀ ਨਹੀਂ ਹੁੰਦਾ, ਇਸ ਕਰਕੇ ਸਬਸਟਾਂਸ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰ ਸਕਦਾ। ਐਂਡ ਅਕੋਰਡਿੰਗ ਟੂ ਮੈਂ ਬੈਂਡ ਥਿਊਰੀ ਤੁਹਾਨੂੰ ਕੀ ਦੱਸਿਆ ਵੀ ਐਟ 0 ਕੈਲਵਿਨ ਟੈਂਪਰੇਚਰ, ਐਟ 0 ਕੈਲਵਿਨ ਟੈਂਪਰੇਚਰ ਸਾਰੇ ਇਲੈਕਟ੍ਰੋਨਸ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ? ਵੇਲੈਂਸ ਬੈਂਡ 'ਚ। ਕੰਡਕਸ਼ਨ ਬੈਂਡ ਟੋਟਲੀ ਕੀ ਹੁੰਦਾ? ਐਮਪਟੀ। ਕੰਡਕਸ਼ਨ ਬੈਂਡ ਐਮਪਟੀ ਹੁੰਦਾ, ਇਸ ਕਰਕੇ ਕੰਡਕਸ਼ਨ ਬੈਂਡ ਐਮਪਟੀ ਹੁੰਦਾ, ਇਸ ਕਰਕੇ ਸਬਸਟਾਂਸ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰ ਸਕਦਾ। ਇਟ ਬਿਹੇਵਸ ਲਾਈਕ ਅ ਇਨਸੂਲੇਟਰ। ਇਹ ਤਾਂ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਹੀ ਦੱਸਿਆ ਸੀਗਾ ਵੀ ਵੇਲੈਂਸ ਬੈਂਡ ਦੇ ਇਲੈਕਟ੍ਰੋਨਸ ਜਦ ਤੱਕ ਵੇਲੈਂਸ ਬੈਂਡ 'ਚ ਰਹਿਣਗੇ ਉਹਨਾਂ ਦੀ ਐਨਰਜੀ ਕੀ ਹੋਏਗੀ? ਲੋ ਐਨਰਜੀ ਹੋਣ ਕਰਕੇ ਉਹ ਮੂਵ ਨਹੀਂ ਕਰ ਪਾਉਣਗੇ, ਉਹ ਮੂਵ ਨਹੀਂ ਕਰ ਪਾਉਣਗੇ। ਇਲੈਕਟ੍ਰਿਸਿਟੀ ਇਹ ਤਾਂ ਮੈਂ ਕੱਲ੍ਹ ਵਾਲੀ ਵੀਡੀਓ 'ਚ ਹੀ ਦੱਸਿਆ ਸੀ ਨਾ ਬੇਟਾ ਤੁਹਾਨੂੰ। ਹਾਂ, ਤਾਂ ਇਸ ਵੀਡੀਓ 'ਚ ਤੁਹਾਨੂੰ ਮੈਂ ਦੱਸ ਰਿਹਾ ਵੀ 0 ਕੈਲਵਿਨ ਟੈਂਪਰੇਚਰ 'ਤੇ ਸਾਰੇ ਇਲੈਕਟ੍ਰੋਨਸ ਕਿਸ 'ਚ ਪ੍ਰੈਜ਼ੈਂਟ ਹੁੰਦੇ ਨੇ? ਵੇਲੈਂਸ ਬੈਂਡ 'ਚ। ਐਂਡ ਕੰਡਕਸ਼ਨ ਬੈਂਡ ਟੋਟਲੀ ਐਮਪਟੀ ਹੁੰਦਾ, ਇਸ ਕਰਕੇ ਸਬਸਟਾਂਸ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰ ਸਕਦਾ। ਇਟ ਬਿਹੇਵਸ ਲਾਈਕ ਇਨਸੂਲੇਟਰ। ਠੀਕ ਹੈ। ਕੀ ਹੋਊਗਾ ਅਗਰ ਆਪਾਂ ਟੈਂਪਰੇਚਰ ਰਾਈਜ਼ ਕਰ ਦਈਏ? ਵਾਟ ਹੈਪਨਸ ਇਫ ਵੀ ਰਾਈਜ਼ ਦਾ ਟੈਂਪਰੇਚਰ? ਇਫ ਵੀ ਰਾਈਜ਼ ਟੈਂਪਰੇਚਰ, ਟੈਂਪਰੇਚਰ T ਕੈਲਵਿਨ ਕਰਤਾ। ਜਦੋਂ ਆਪਾਂ ਟੈਂਪਰੇਚਰ ਰਾਈਜ਼ ਕਰਾਂਗੇ ਆਪਾਂ ਇਹਨਾਂ ਨੂੰ ਹੀਟ ਐਨਰਜੀ ਦੇ ਰਹੇ ਹਾਂ। ਹੀਟ ਐਨਰਜੀ ਦੇਣ ਨਾਲ ਹੈ ਨਾ, ਇਫ ਵੀ ਰਾਈਜ਼ ਟੈਂਪਰੇਚਰ ਦੇਰ ਇਜ਼ ਬ੍ਰੇਕਿੰਗ ਆਫ ਕੋਵਲੈਂਟ ਬੌਂਡ, ਦੇਰ ਇਜ਼ ਬ੍ਰੇਕਿੰਗ ਆਫ ਕੋਵਲੈਂਟ ਬੌਂਡਸ। ਕੋਵਲੈਂਟ ਬੌਂਡਸ ਬ੍ਰੇਕ ਹੋਣਗੇ। ਜਦੋਂ ਕੋਵਲੈਂਟ ਬੌਂਡ ਬ੍ਰੇਕ ਹੋਣਗੇ, ਸੁਣੋ, ਦੈਨ ਚਾਰਜ ਕੈਰੀਅਰਸ ਆਰ ਪ੍ਰੋਡਿਊਸਡ। ਚਾਰਜ ਕੈਰੀਅਰਸ ਆਰ ਪ੍ਰੋਡਿਊਸਡ। ਚਾਰਜ ਕੈਰੀਅਰਸ ਪ੍ਰੋਡਿਊਸ ਹੋਣਗੇ। ਚਾਰਜ ਕੈਰੀਅਰਸ ਕਿਹਨਾਂ ਨੂੰ ਕਹਿੰਦੇ ਹੁੰਦੇ ਨੇ? ਜਿਨ੍ਹਾਂ ਕਾਰਨ ਕਰੰਟ ਬਣਦਾ, ਜਿਨ੍ਹਾਂ ਕਾਰਨ ਕਰੰਟ ਪ੍ਰੋਡਿਊਸ ਹੁੰਦਾ, ਉਹ ਚਾਰਜ ਕੈਰੀਅਰਸ ਪ੍ਰੋਡਿਊਸ ਹੋਣਗੇ। ਕਿਵੇਂ? ਜਿਵੇਂ ਦੇਖੋ, ਸਪੋਜ਼ ਕਰੋ ਆਪਾਂ ਇਹ ਕੋਵਲੈਂਟ ਬੌਂਡ ਟੁੱਟ ਗਿਆ, ਇਹ ਕੋਵਲੈਂਟ ਬੌਂਡ ਟੁੱਟ ਗਿਆ ਬੇਟਾ, ਇਹਦਾ ਇਲੈਕਟ੍ਰੋਨ ਫ੍ਰੀ ਹੋ ਜਾਏਗਾ। ਕਲੀਅਰ? ਕੋਵਲੈਂਟ ਬੌਂਡ ਟੁੱਟ ਗਿਆ, ਇਲੈਕਟ੍ਰੋਨ ਫ੍ਰੀ ਹੋ ਜਾਏਗਾ। ਮੰਨ ਲਓ ਆਹ ਕੋਵਲੈਂਟ ਬੌਂਡ ਟੁੱਟ ਗਿਆ, ਕੋਵਲੈਂਟ ਬੌਂਡ ਟੁੱਟ ਗਿਆ, ਇਲੈਕਟ੍ਰੋਨ ਫ੍ਰੀ ਹੋ ਜਾਏਗਾ। ਕੁਛ ਕੋਵਲੈਂਟ ਬੌਂਡ ਟੁੱਟ ਜਾਣਗੇ, ਇਲੈਕਟ੍ਰੋਨਸ ਫ੍ਰੀ ਹੋ ਜਾਣਗੇ। ਸਮਝ ਗਏ? ਹੁਣ ਇਲੈਕਟ੍ਰੋਨਸ ਦੇਖੋ, ਕੁਛ ਇਲੈਕਟ੍ਰੋਨਸ ਫ੍ਰੀ ਹੋ ਗਏ, ਮੈਨੂੰ ਦੱਸੋ ਕੁਛ ਇਲੈਕਟ੍ਰੋਨਸ ਕੀ ਹੋ ਗਏ? ਫ੍ਰੀ, ਕਿਉਂਕਿ ਉਹਨਾਂ ਦੀ ਕੋਵਲੈਂਟ ਬੌਂਡ ਟੁੱਟ ਗਈ। ਜਿੰਨੇ ਕੋਵਲੈਂਟ ਬੌਂਡ ਟੁੱਟਣਗੇ ਓਨੇ ਇਲੈਕਟ੍ਰੋਨਸ ਫ੍ਰੀ ਹੋ ਜਾਣਗੇ, ਹੈ ਨਾ। ਹੁਣ ਇਹ ਇਲੈਕਟ੍ਰੋਨਸ ਜਿਹੜੇ ਫ੍ਰੀ ਹੋ ਗਏ, ਇਹਨਾਂ ਕਾਰਨ ਸਬਸਟਾਂਸ ਸਟਾਰਟਸ ਕੰਡਕਟਿੰਗ ਇਲੈਕਟ੍ਰਿਸਿਟੀ। ਸਬਸਟਾਂਸ
starts conducting electricity, its conductivity goes on increasing, ਵਧਣੀ ਸਟਾਰਟ ਹੋ ਜਾਏਗੀ। ਜਿੰਨਾ ਟੈਂਪਰੇਚਰ ਜ਼ਿਆਦਾ ਵਧਾਓਗੇ ਓਨੇ ਕੋਵਲੈਂਟ ਬੌਂਡ ਜ਼ਿਆਦਾ ਬ੍ਰੇਕ ਹੋਣਗੇ। ਜਿੰਨੇ ਕੋਵਲੈਂਟ ਬੌਂਡ ਜ਼ਿਆਦਾ ਬ੍ਰੇਕ ਹੋਣਗੇ ਓਨੇ ਚਾਰਜ ਕੈਰੀਅਰਸ ਵਧਣਗੇ। ਜਿੰਨੇ ਚਾਰਜ ਕੈਰੀਅਰਸ ਵਧਣਗੇ ਓਨੀ ਕੰਡਕਟੀਵਿਟੀ ਵਧੇਗੀ। ਇਹ ਮੈਂ ਤੁਹਾਨੂੰ ਐਕਸਪਲੇਨ ਕੀਤਾ ਅਕੋਰਡਿੰਗ ਟੂ ਬੌਂਡ ਥਿਊਰੀ। ਕੀ ਐਕਸਪਲੇਨ ਕੀਤਾ, ਸਮਝ ਆ ਗਿਆ ਵੀ ਇਫ ਵੀ ਰਾਈਜ਼ ਦਾ ਟੈਂਪਰੇਚਰ ਵਧਾਉਣ ਨਾਲ ਅਸੀਂ ਇਹਨਾਂ ਨੂੰ ਹੀਟ ਐਨਰਜੀ ਦੇ ਰਹੇ ਹਾਂ। ਹੀਟ ਐਨਰਜੀ ਦੇਣ ਨਾਲ ਇਹਨਾਂ ਦੇ ਕੁਝ ਕੋਵਲੈਂਟ ਬੌਂਡ ਟੁੱਟਣਗੇ। ਕੋਵਲੈਂਟ ਬੌਂਡ ਟੁੱਟਣ 'ਤੇ ਕੁਝ ਇਲੈਕਟ੍ਰੋਨਸ ਫ੍ਰੀ ਹੋਣਗੇ। ਇਲੈਕਟ੍ਰੋਨਸ ਫ੍ਰੀ ਹੋ ਗਏ, ਦੈਟ ਮੀਨਸ ਦਿਸ ਸਬਸਟਾਂਸ ਸਟਾਰਟਸ ਕੰਡਕਟਿੰਗ ਇਲੈਕਟ੍ਰੀਸਿਟੀ। ਜਿੰਨਾ ਟੈਂਪਰੇਚਰ ਵਧਾਓਗੇ ਓਨੇ ਕੋਵਲੈਂਟ ਬੌਂਡ ਜ਼ਿਆਦਾ ਟੁੱਟਣਗੇ, ਓਨੇ ਇਲੈਕਟ੍ਰੋਨਸ ਜ਼ਿਆਦਾ ਫ੍ਰੀ ਹੋਣਗੇ, ਓਨਾ ਸਬਸਟਾਂਸ ਜ਼ਿਆਦਾ ਇਲੈਕਟ੍ਰੀਸਿਟੀ ਕੰਡਕਟ ਕਰੂਗਾ। ਕਲੀਅਰ ਬੇਟਾ? ਤਾਂ ਵਿਦ ਰਾਈਜ਼ ਇਨ ਟੈਂਪਰੇਚਰ ਸਬਸਟਾਂਸ ਇਲੈਕਟ੍ਰੀਸਿਟੀ ਜ਼ਿਆਦਾ ਕੰਡਕਟ ਕਰੇਗਾ, ਇਟਸ ਕੰਡਕਟੀਵਿਟੀ ਗੋਜ਼ ਔਨ ਇਨਕਰੀਜ਼ਿੰਗ। ਠੀਕ ਹੈ, ਪਰ ਬੇਟਾ ਇਹ ਨਾ ਕਰ ਲਿਓ, ਸੁਣੋ ਵੀ ਕਿਸੇ ਤੁਸੀਂ ਲਾਲਚ 'ਚ ਆ ਜਾਓ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਟੈਂਪਰੇਚਰ ਵਧਾਉਣ ਨਾਲ ਕੰਡਕਟੀਵਿਟੀ ਵੱਧ ਰਹੀ ਹੈ। ਕਿਸੇ ਤੁਸੀਂ ਟੈਂਪਰੇਚਰ ਅਨਲਿਮਿਟਿਡ ਵਧਾ ਦਿਓ। ਇਹ ਤੁਸੀਂ ਟੈਂਪਰੇਚਰ ਇੱਕ ਲਿਮਿਟ ਤੱਕ ਵਧਾ ਸਕਦੇ ਹੋ। ਜੇ ਤੁਸੀਂ ਟੈਂਪਰੇਚਰ ਅਨਲਿਮਿਟਿਡ ਵਧਾਤਾ, ਅਗਰ ਟੈਂਪਰੇਚਰ ਅਨਲਿਮਿਟਿਡ ਵਧਾਤਾ ਹੈ ਨਾ, ਫਿਰ ਇਹ ਸਾਰੇ ਹੀ ਕੋਵਲੈਂਟ ਬੌਂਡ ਟੁੱਟ ਜਾਣਗੇ, ਸਬਸਟਾਂਸ ਬਰਨ ਹੋ ਜਾਏਗਾ, ਮੈਲਟ ਹੋ ਜਾਏਗਾ। ਦੈਟ ਮੀਨਸ ਕਿ ਇੰਟ੍ਰਿੰਸਿਕ ਸੈਮੀਕੰਡਕਟਰਸ ਜਿਹੜੇ 0 ਕੈਲਵਿਨ ਟੈਂਪਰੇਚਰ 'ਤੇ ਬਿਹੇਵਸ ਲਾਈਕ ਇੰਸੂਲੇਟਰਸ ਹੈ ਨਾ, ਤੁਸੀਂ ਉਹਨਾਂ ਦੀ ਕੰਡਕਟੀਵਿਟੀ ਵਧਾ ਸਕਦੇ ਹੋ ਬਾਈ ਰਾਈਜ਼ਿੰਗ ਟੈਂਪਰੇਚਰ, ਬਟ ਤੁਸੀਂ ਜ਼ਿਆਦਾ ਟੈਂਪਰੇਚਰ ਇਨਕਰੀਜ਼ ਨਹੀਂ ਕਰ ਸਕਦੇ। ਕਿਤੇ ਲਾਲਚ 'ਚ ਆ ਕੇ ਅਸੀਂ ਜ਼ਿਆਦਾ ਟੈਂਪਰੇਚਰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰੀਏ, ਕਿਤੇ ਅਸੀਂ ਆਪਣੇ ਸਾਰੇ ਸਬਸਟਾਂਸ ਨੂੰ ਹੀ ਬਰਨ ਕਰ ਦਈਏ, ਫੂਕ ਦਈਏ ਹੈ ਨਾ, ਪੂਰਾ ਸਬਸਟਾਂਸ ਬਰਨ ਹੋ ਜੇ, ਪੂਰਾ ਸਬਸਟਾਂਸ ਫੁੱਕ ਜੇ, ਮੈਲਟ ਹੋ ਜੇ ਹੈ ਨਾ। ਤਾਂ ਇਹਦਾ ਮਤਲਬ ਹੋਇਆ ਵੀ ਇੰਟ੍ਰਿੰਸਿਕ ਸੈਮੀਕੰਡਕਟਰਸ ਦੀ ਕੰਡਕਟੀਵਿਟੀ ਵਿਦ ਰਾਈਜ਼ ਇਨ ਟੈਂਪਰੇਚਰ ਨਾਲ ਇਨਕਰੀਜ਼ ਤਾਂ ਹੁੰਦੀ ਹੈ, ਬਟ ਅਸੀਂ ਇੱਕ ਪਰਟੀਕੂਲਰ ਲਿਮਿਟ ਤੱਕ ਹੀ ਟੈਂਪਰੇਚਰ ਵਧਾ ਸਕਦੇ ਹਾਂ। ਅਸੀਂ ਜ਼ਿਆਦਾ ਕੰਡਕਟੀਵਿਟੀ ਇਨਕਰੀਜ਼ ਨਹੀਂ ਕਰ ਸਕਦੇ। ਜੇ ਅਸੀਂ ਜ਼ਿਆਦਾ ਕੰਡਕਟੀਵਿਟੀ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ, ਮੇ ਬੀ ਇਹ ਸਬਸਟਾਂਸ ਬਰਨ ਹੋ ਜਾਏ। ਇਹ ਮੈਂ ਤੁਹਾਨੂੰ ਦੱਸਿਆ ਬੌਂਡ ਥਿਊਰੀ ਦੇ ਅਕੋਰਡਿੰਗ। ਕਮ ਟੂ ਬੈਂਡ ਥਿਊਰੀ। ਕੀ ਹੋਊਗਾ ਇਫ ਵੀ ਰਾਈਜ਼ ਦਾ ਟੈਂਪਰੇਚਰ ਅਗਰ ਅਸੀਂ ਰਾਈਜ਼ ਕਰ ਦਈਏ ਤਾਂ ਕੀ ਹੋਏਗਾ ਦੱਸੋ। ਟੈਂਪਰੇਚਰ ਰਾਈਜ਼ ਕਰਾਂਗੇ, ਅਸੀਂ ਹੀਟ ਐਨਰਜੀ ਦੇਵਾਂਗੇ। ਹੀਟ ਐਨਰਜੀ ਲੈ ਕੇ ਜਿਹੜੇ ਇਲੈਕਟ੍ਰੋਨਸ ਹੈ ਇਹ ਜੰਪ ਕਰਕੇ ਵੇਲੈਂਸ ਬੈਂਡ ਤੋਂ ਇੱਥੋਂ ਜੰਪ ਕਰਕੇ ਕਿੱਥੇ ਚਲੇ ਜਾਣਗੇ ਬੇਟਾ, ਕੰਡਕਸ਼ਨ ਬੈਂਡ 'ਚ। ਕਲੀਅਰ? ਵੇਲੈਂਸ ਬੈਂਡ ਤੋਂ ਇਲੈਕਟ੍ਰੋਨਸ ਜੰਪ ਕਰਕੇ ਕੰਡਕਸ਼ਨ ਬੈਂਡ ਚਲੇ ਜਾਣਗੇ। ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਪਹੁੰਚ ਗਏ, ਦੈਟ ਮੀਨਸ ਸਬਸਟਾਂਸ ਸਟਾਰਟਸ ਕੰਡਕਟਿੰਗ ਇਲੈਕਟ੍ਰੀਸਿਟੀ, ਇਟਸ ਕੰਡਕਟੀਵਿਟੀ ਇਨਕਰੀਜ਼ਿਜ਼। ਇਹਦੀ ਕੰਡਕਟੀਵਿਟੀ ਵੱਧ ਜਾਏਗੀ, ਇਟਸ ਕੰਡਕਟੀਵਿਟੀ ਇਨਕਰੀਜ਼ਿਜ਼। ਕਲੀਅਰ? ਕੀ ਹੋਊਗਾ ਅਗਰ ਹੋਰ ਟੈਂਪਰੇਚਰ ਇਨਕਰੀਜ਼ ਕਰ ਦਾਂਗੇ? ਜੇ ਟੈਂਪਰੇਚਰ ਹੋਰ ਇਨਕਰੀਜ਼ ਕਰਾਂਗੇ ਤਾਂ ਹੋਰ ਇਲੈਕਟ੍ਰੋਨਸ ਵੇਲੈਂਸ ਬੈਂਡ ਤੋਂ ਸ਼ਿਫਟ ਕਰਕੇ ਕਿੱਥੇ ਚਲੇ ਜਾਣਗੇ, ਕੰਡਕਸ਼ਨ ਬੈਂਡ 'ਚ ਜਿੰਨੇ ਇਲੈਕਟ੍ਰੋਨਸ ਦੀ ਗਿਣਤੀ ਵਧੂਗੀ ਉਵੇਂ ਕੰਡਕਟੀਵਿਟੀ ਵਧੂਗੀ। ਵਿਦ ਰਾਈਜ਼ ਇਨ ਟੈਂਪਰੇਚਰ ਕੰਡਕਟੀਵਿਟੀ ਇਨਕਰੀਜ਼ਿਜ਼। ਬਟ ਇੱਥੇ ਵੀ ਮੈਂ ਤੁਹਾਨੂੰ ਇਹ ਐਡਵਾਈਸ ਦੇਵਾਂਗਾ ਵੀ ਤੁਸੀਂ ਲਾਲਚ ਨਹੀਂ ਕਰਨੀ। ਕਿਤੇ ਲਾਲਚ 'ਚ ਜਾ ਕੇ ਤੁਸੀਂ ਕਹੋ ਵੀ ਅਸੀਂ ਇਹਨੂੰ ਅਨਲਿਮਿਟਿਡ ਹੀਟ ਦੇ ਸਕਦੇ ਹਾਂ। ਜੇ ਤੁਸੀਂ ਇਹਨੂੰ ਅਨਲਿਮਿਟਿਡ ਹੀਟ ਦਿਓਗੇ ਤਾਂ ਇਹ ਸਬਸਟਾਂਸ ਬਰਨ ਹੋ ਜਾਏਗਾ, ਮੈਲਟ ਹੋ ਜਾਏਗਾ ਹੈ ਨਾ। ਇਹ ਯੂਜ਼ੇਬਲ ਨਹੀਂ ਰਹੇਗਾ, ਤੁਸੀਂ ਇਹਨੂੰ ਯੂਜ਼ ਨਹੀਂ ਕਰ ਪਾਓਗੇ। ਦੈਟ ਮੀਨਸ ਜਿਹੜੇ ਇੰਟ੍ਰਿੰਸਿਕ ਸੈਮੀਕੰਡਕਟਰਸ ਹੁੰਦੇ ਨੇ, ਜਿਹੜੇ ਕਿ 0 ਕੈਲਵਿਨ ਟੈਂਪਰੇਚਰ 'ਤੇ ਇੰਸੂਲੇਟਰਸ ਦੀ ਤਰ੍ਹਾਂ ਬਿਹੇਵ ਕਰਦੇ ਨੇ, ਕਿਉਂਕਿ ਉਹਨਾਂ ਦਾ ਕੰਡਕਸ਼ਨ ਬੈਂਡ ਐਮਪਟੀ ਹੁੰਦਾ। ਤੁਸੀਂ ਟੈਂਪਰੇਚਰ ਵਧਾਓਗੇ, ਕੰਡਕਟੀਵਿਟੀ ਵੱਧ ਜਾਏਗੀ। ਕਿਵੇਂ ਵੱਧ ਜਾਏਗੀ? ਇਲੈਕਟ੍ਰੋਨਸ ਜੰਪ ਕਰਕੇ ਕਿੱਥੇ ਚਲੇ ਜਾਣਗੇ, ਵੇਲੈਂਸ ਬੈਂਡ। ਮੈਂ ਤੁਹਾਨੂੰ ਦੋ ਥਿਊਰੀ ਸਮਝਾ ਰਿਹਾ ਬੇਟਾ। ਮੈਂ ਤੁਹਾਨੂੰ ਬੌਂਡ ਥਿਊਰੀ ਦੇ ਨਾਲ ਵੀ ਸਮਝਾ ਰਿਹਾ, ਮੈਂ ਤੁਹਾਨੂੰ ਬੈਂਡ ਥਿਊਰੀ ਦੇ ਨਾਲ ਵੀ ਸਮਝਾ ਰਿਹਾ ਹੈ ਨਾ। ਤੁਸੀਂ ਐਕਸਪਲੇਨੇਸ਼ਨ ਬੌਂਡ ਥਿਊਰੀ ਦੇ ਨਾਲ ਵੀ ਦੇ ਸਕਦੇ ਹੋ ਹੈ ਨਾ, ਬਟ ਕਿਉਂਕਿ ਆਪਣਾ ਇੱਕ ਬੈਂਡ ਥਿਊਰੀ ਵਾਲਾ ਚੈਪਟਰ ਹੈ, ਸਾਨੂੰ ਐਕਸਪਲੇਨੇਸ਼ਨ ਬੈਂਡ ਥਿਊਰੀ ਨਾਲ ਜ਼ਿਆਦਾ ਦੇਣੀ ਚਾਹੀਦੀ ਹੈ। ਮੈਂ ਤਾਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਵੀ ਆਪਣੀ ਜਿਹੜੀ ਐਕਸਪਲੇਨੇਸ਼ਨ ਬੈਂਡ ਥਿਊਰੀ ਦੀ ਐਕਸਪਲੇਨੇਸ਼ਨ ਹੈ ਉਹ ਬੌਂਡ ਥਿਊਰੀ ਦੀ ਐਕਸਪਲੇਨੇਸ਼ਨ ਨਾਲ ਮੈਚ ਕਰਦੀ ਹੈ ਨਾ। ਵੀ ਜਿਵੇਂ ਬੌਂਡ ਥਿਊਰੀ ਦੇ ਅਕੋਰਡਿੰਗ ਆਪਾਂ ਨੂੰ ਦੱਸਿਆ ਜਾਂਦਾ ਵੀ ਵਿਦ ਰਾਈਜ਼ ਇਨ ਟੈਂਪਰੇਚਰ ਕੰਡਕਟੀਵਿਟੀ ਗੋਜ਼ ਔਨ ਇਨਕਰੀਜ਼ਿੰਗ ਡਿਊ ਟੂ ਦਾ ਬ੍ਰੇਕਿੰਗ ਆਫ ਸਮ ਕੋਵਲੈਂਟ ਬੌਂਡਸ, ਡਿਊ ਟੂ ਦਾ
ਬ੍ਰੇਕਿੰਗ ਆਫ ਸਮ ਕੋਵਲੈਂਟ ਬੌਂਡਸ, ਕਿਉਂਕਿ ਇਲੈਕਟ੍ਰੋਨਸ ਕੋਵਲੈਂਟ ਬੌਂਡਸ ਬ੍ਰੇਕ ਹੋਣਗੇ, ਇਲੈਕਟ੍ਰੋਨਸ ਫ੍ਰੀ ਹੋਣਗੇ, ਚਾਰਜ ਕੈਰੀਅਰਸ ਦੀ ਗਿਣਤੀ ਵਧੇਗੀ, ਕੰਡਕਟਿਵਿਟੀ ਵਧੇਗੀ। ਐਵੇਂ ਤੁਸੀਂ ਬੈਂਡ ਥਿਊਰੀ ਦੇ ਅਕੋਰਡਿੰਗ ਦੱਸ ਸਕਦੇ ਹੋ ਵੀ ਜਦੋਂ ਅਸੀਂ ਟੈਂਪਰੇਚਰ ਵਧਾਵਾਂਗੇ ਤਾਂ ਇਲੈਕਟ੍ਰੋਨਸ ਵੇਲੈਂਸ ਬੈਂਡ ਤੋਂ ਜੰਪ ਕਰਕੇ ਕਿੱਥੇ ਜਾਣਗੇ ਬੇਟਾ, ਕੰਡਕਸ਼ਨ ਬੈਂਡ 'ਚ। ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਵੱਧ ਗਏ, ਜਿੰਨੇ ਇਲੈਕਟ੍ਰੋਨਸ ਕੰਡਕਸ਼ਨ ਬੈਂਡ 'ਚ ਵਧਣਗੇ ਕੰਡਕਟਿਵਿਟੀ ਵਧੇਗੀ। ਠੀਕ ਹੈ, ਤਾਂ ਫਾਈਨਲੀ ਆਪਾਂ ਇਸ ਚੀਜ਼ ਦਾ ਕਨਕਲੂਡ ਕਰ ਚੁੱਕੇ ਹਾਂ ਬੇਟਾ ਵੀ ਇੰਟ੍ਰਿੰਸਿਕ ਸੈਮੀਕੰਡਕਟਰਸ ਕੀ ਹੁੰਦੇ ਨੇ। 0 ਕੈਲਵਿਨ ਟੈਂਪਰੇਚਰ ਤੇ ਦੇ ਬਿਹੇਵਸ ਲਾਈਕ ਇਨਸੂਲੇਟਰ, ਹੈ ਨਾ, ਐਂਡ 0 ਕੈਲਵਿਨ ਟੈਂਪਰੇਚਰ 'ਤੇ ਉਹ ਇਨਸੂਲੇਟਰਸ ਦਾ ਕੰਮ ਕਰਦੇ ਨੇ, ਅਤੇ ਟੈਂਪਰੇਚਰ ਵਧਾਉਣ ਨਾਲ ਉਹਨਾਂ ਦੀ ਕੰਡਕਟਿਵਿਟੀ ਵੱਧਦੀ ਹੈ, ਪਰ ਅਸੀਂ ਉਹਨਾਂ ਦੀ ਕੰਡਕਟਿਵਿਟੀ ਅਨਲਿਮਿਟਿਡ ਨਹੀਂ ਵਧਾ ਸਕਦੇ, ਅਨਲਿਮਿਟਿਡ ਕੰਡਕਟਿਵਿਟੀ ਇਨਕਰੀਜ਼ ਨਹੀਂ ਕਰ ਸਕਦੇ, ਕਿਉਂਕਿ ਹੈ ਨਾ, ਅਗਰ ਅਸੀਂ ਅਨਲਿਮਿਟਿਡ ਕੰਡਕਟਿਵਿਟੀ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸਬਸਟਾਂਸ ਬਰਨ ਹੋ ਸਕਦਾ ਹੈ ਨਾ, ਡੈਮੇਜ ਹੋ ਸਕਦਾ, ਯੂਜ਼ੇਬਲ ਨਹੀਂ ਰਹੇਗਾ। ਕਲੀਅਰ, ਇੰਨਾ ਸਮਝ ਆ ਗਿਆ ਬੇਟਾ, ਪੱਕਾ। ਸੋ ਨਾਓ ਬੇਟਾ ਹੁਣ ਆਪਾਂ ਡਿਸਕਸ ਕਰਾਂਗੇ ਹੋਲਸ ਕੀ ਹੁੰਦੀਆਂ ਨੇ। ਹੋਲਸ ਕੀ ਹੁੰਦੀਆਂ ਨੇ, ਕਿਵੇਂ ਪ੍ਰੋਡਿਊਸ ਹੁੰਦੀਆਂ ਨੇ, ਕਿਹਨਾਂ ਨੂੰ ਕਹਿੰਦੇ ਨੇ ਹੋਲ। ਬੇਟਾ ਜਦੋਂ ਕੋਈ ਕੋਵਲੈਂਟ ਬੌਂਡ ਟੁੱਟਦਾ, ਮੈਂ ਪਹਿਲਾਂ ਤੁਹਾਨੂੰ ਬੌਂਡ ਥਿਊਰੀ ਦੇ ਅਕੋਰਡਿੰਗ ਦੱਸ ਰਿਹਾ, ਅਕੋਰਡਿੰਗ ਟੂ ਮੈਂ ਬੌਂਡ ਥਿਊਰੀ ਦੱਸ ਰਿਹਾ ਤੁਹਾਨੂੰ ਪਹਿਲਾਂ। ਜਦੋਂ ਕੋਈ ਕੋਵਲੈਂਟ ਬੌਂਡ ਟੁੱਟਦਾ, ਜਦੋਂ ਕੋਈ ਇਲੈਕਟ੍ਰੋਨ ਫ੍ਰੀ ਹੁੰਦਾ, ਜਿਸ ਜਗ੍ਹਾ ਤੋਂ ਇਲੈਕਟ੍ਰੋਨ ਫ੍ਰੀ ਹੋਏਗਾ ਉਸ ਜਗ੍ਹਾ 'ਤੇ ਜਿਹੜੀ ਇਲੈਕਟ੍ਰੋਨ ਦੀ ਵੇਕੈਂਟ ਸੀਟ ਬਚ ਗਈ ਉਹਨੂੰ ਕਹਿੰਦੇ ਨੇ ਹੋਲ। ਜਿਵੇਂ ਮੰਨ ਲਓ ਆਹ ਕੋਵਲੈਂਟ ਬੌਂਡ ਟੁੱਟਿਆ, ਆਹ ਵਾਲਾ ਇਲੈਕਟ੍ਰੋਨ ਫ੍ਰੀ ਹੋ ਗਿਆ, ਇਲੈਕਟ੍ਰੋਨ ਦੀ ਜੋ ਵੇਕੈਂਟ ਸੀਟ ਹੈ ਦੈਟ ਇਜ਼ ਨੋਨ ਐਜ਼ ਹੋਲ। ਆਹ ਵਾਲਾ ਕੋਵਲੈਂਟ ਬੌਂਡ ਟੁੱਟਿਆ, ਕੋਵਲੈਂਟ ਬੌਂਡ ਟੁੱਟਣ ਨਾਲ ਆਹ ਇਲੈਕਟ੍ਰੋਨ ਫ੍ਰੀ ਹੋ ਗਿਆ, ਹੈ ਨਾ, ਪਿੱਛੇ ਜੋ ਇਲੈਕਟ੍ਰੋਨ ਦੀ ਵੇਕੈਂਟ ਸੀਟ ਬਚ ਗਈ ਦੈਟ ਇਜ਼ ਨੋਨ ਐਜ਼ ਹੋਲ। ਮਤਲਬ ਹੋਲ ਕੀ ਹੁੰਦਾ, ਵੇਕੈਂਟ ਸੀਟ ਆਫ ਇਲੈਕਟ੍ਰੋਨ, ਇਲੈਕਟ੍ਰੋਨ ਦੀ ਜੋ ਵੇਕੈਂਟ ਸੀਟ ਹੁੰਦੀ ਹੈ ਦੈਟ ਇਜ਼ ਨੋਨ ਐਜ਼ ਹੋਲ। ਵੇਕੈਂਟ ਸੀਟ ਆਫ ਇਲੈਕਟ੍ਰੋਨ ਇਜ਼ ਨੋਨ ਐਜ਼ ਹੋਲ। ਕਲੀਅਰ। ਮੈਂ ਬੈਂਡ ਥਿਊਰੀ ਦੇ ਅਕੋਰਡਿੰਗ ਤੁਹਾਨੂੰ ਦੱਸਦਾ ਹਾਂ। ਬੈਂਡ ਥਿਊਰੀ ਦੇ ਅਕੋਰਡਿੰਗ ਜਦੋਂ ਅਸੀਂ ਟੈਂਪਰੇਚਰ ਰਾਈਜ਼ ਕੀਤਾ ਸੀਗਾ ਤਾਂ ਕੁਛ ਇਲੈਕਟ੍ਰੋਨਸ ਵੇਲੈਂਸ ਬੈਂਡ ਤੋਂ ਕਿਸ 'ਚ ਚਲੇ ਗਏ ਸੀ, ਕੰਡਕਸ਼ਨ ਬੈਂਡ 'ਚ। ਪਿੱਛੇ ਵੇਲੈਂਸ ਬੈਂਡ 'ਚ ਜਿਹੜੀ ਉਹਨਾਂ ਦੀ ਖਾਲੀ ਸੀਟ ਬਚ ਗਈ ਦੈਟ ਇਜ਼ ਨੋਨ ਐਜ਼ ਹੋਲ। ਆ ਖਾਲੀ ਸੀਟ ਨੂੰ ਹੋਲ ਕਹਿੰਦੇ ਨੇ ਬੇਟਾ, ਜਿਹੜੀ ਉਹਨਾਂ ਦੀ ਵੇਕੈਂਟ ਸੀਟ ਬਚ ਗਈ, ਜਿਹੜੇ ਮੈਂ ਸਰਕਲਸ ਡਰਾਅ ਕਰ ਰਿਹਾ ਇਹਨੂੰ ਕਹਾਂਗੇ ਹੋਲ। ਇਲੈਕਟ੍ਰੋਨਸ ਦੀ ਵੇਕੈਂਟ ਸੀਟ ਨੂੰ ਹੋਲ ਬੋਲਿਆ ਜਾਂਦਾ ਹੈ ਨਾ। ਬੌਂਡ ਥਿਊਰੀ ਦੇ ਅਕੋਰਡਿੰਗ ਜਦੋਂ ਕੋਈ ਕੋਵਲੈਂਟ ਬੌਂਡ ਟੁੱਟੇਗਾ, ਜਦੋਂ ਇਲੈਕਟ੍ਰੋਨ ਫ੍ਰੀ ਹੋਏਗਾ ਤਾਂ ਪਿੱਛੇ ਉਹਦੀ ਵੇਕੈਂਟ ਸੀਟ ਨੂੰ ਹੋਲ ਬੋਲਾਂਗੇ। ਐਂਡ ਬੈਂਡ ਥਿਊਰੀ ਦੇ ਅਕੋਰਡਿੰਗ ਵੈਨ ਇਲੈਕਟ੍ਰੋਨ ਜੰਪਸ ਫਰੋਮ ਵੇਲੈਂਸ ਬੈਂਡ ਟੂ ਕੰਡਕਸ਼ਨ ਬੈਂਡ, ਤਾਂ ਵੇਲੈਂਸ ਬੈਂਡ ਜਿਹੜੀ ਇਲੈਕਟ੍ਰੋਨਸ ਦੀ ਵੇਕੈਂਟ ਸੀਟ ਹੁੰਦੀ ਹੈ ਦੈਟ ਇਜ਼ ਨੋਨ ਐਜ਼ ਹੋਲ। ਕਲੀਅਰ ਬੇਟਾ। ਕਹਿਣ ਦੇ ਵਿੱਚ ਜਿਹੜਾ ਹੋਲ ਹੈ ਇਹ ਇਲੈਕਟ੍ਰੋਨ ਦੀ ਵੇਕੈਂਟ ਸੀਟ ਹੈ ਨਾ, ਹੋਲ ਇਲੈਕਟ੍ਰੋਨ ਦੀ ਵੇਕੈਂਟ ਸੀਟ ਹੈ, ਪਰ ਹੋਲ ਦੇ ਉੱਪਰ ਜਿਹੜਾ ਚਾਰਜ ਹੈ ਇਹ ਇਲੈਕਟ੍ਰੋਨ ਦੇ ਚਾਰਜ ਦੇ ਇਕੁਅਲ ਹੁੰਦਾ। ਕਿੰਨਾ ਹੁੰਦਾ, 1.6 10⁻⁻19 ਕੂਲਮ। ਬਸ ਇੰਨਾ ਕਿ ਵੀ ਇਲੈਕਟ੍ਰੋਨ ਕੈਰੀਜ਼ ਨੈਗੇਟਿਵ ਚਾਰਜ ਐਂਡ ਹੋਲਸ ਕੈਰੀਜ਼ ਪੋਜ਼ੀਟਿਵ ਚਾਰਜ। ਹੋਲਸ 'ਤੇ ਪੋਜ਼ੀਟਿਵ ਚਾਰਜ ਹੁੰਦਾ। ਇਹ ਤਾਂ ਸਾਨੂੰ ਪਤਾ ਹੀ ਹੈ ਨਾ ਬੇਟਾ ਵੀ ਅਗਰ ਕਿਸੇ ਜਗ੍ਹਾ ਤੋਂ ਇਲੈਕਟ੍ਰੋਨ ਲੋਸ ਹੁੰਦੇ ਨੇ, ਅਗਰ ਕਿਸੇ ਜਗ੍ਹਾ ਤੋਂ ਇਲੈਕਟ੍ਰੋਨ ਲੋਸ ਹੁੰਦੇ ਨੇ, ਲੋਸ ਹੋਣ ਨਾਲ ਕਿਹੜਾ ਚਾਰਜ ਬਣਦਾ ਹੁੰਦਾ, ਪੋਜ਼ੀਟਿਵ। ਤਾਂ ਇੱਥੋਂ ਇਲੈਕਟ੍ਰੋਨ ਲੋਸ ਹੋ ਗਿਆ, ਉਰੋਂ ਇਲੈਕਟ੍ਰੋਨ ਲੋਸ ਹੋ ਗਿਆ ਤਾਂ ਪਿੱਛੇ ਚਾਰਜ ਕਿਹੜਾ ਕ੍ਰੀਏਟ ਹੋ ਜਾਏਗਾ, ਪੋਜ਼ੀਟਿਵ। ਇਸ ਕਰਕੇ ਹੋਲਸ 'ਤੇ ਕਿਹੜਾ ਚਾਰਜ ਬਣ ਜਾਂਦਾ, ਪੋਜ਼ੀਟਿਵ। ਹੁੰਦਾ ਇਲੈਕਟ੍ਰੋਨ ਜਿੰਨਾ ਹੀ ਹੈ, ਬਸ ਹੋਲਸ ਦਾ ਜਿਹੜਾ ਮਾਸ ਹੈ ਉਹ ਇਲੈਕਟ੍ਰੋਨ ਦੇ ਮਾਸ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ। ਇਲੈਕਟ੍ਰੋਨਸ ਦੇ ਮਾਸ ਨਾਲੋਂ 270 ਟਾਈਮਸ ਜ਼ਿਆਦਾ ਹੁੰਦਾ ਮਾਸ ਹੋਲਸ ਦਾ, ਜੇ ਤੁਹਾਨੂੰ ਕੋਈ ਪੁੱਛੇ। ਕਲੀਅਰ। ਤਾਂ ਵਟ ਇਜ਼ ਹੋਲ, ਹੋਲ ਇਜ਼ ਅ ਵੇਕੈਂਟ ਸੀਟ ਆਫ ਇਲੈਕਟ੍ਰੋਨ। ਹੋਲ ਇਜ਼ ਅ ਵੇਕੈਂਟ ਸੀਟ ਆਫ ਇਲੈਕਟ੍ਰੋਨ। ਇਸ ਦੇ ਉੱਪਰ ਚਾਰਜ ਇਲੈਕਟ੍ਰੋਨ ਜਿੰਨਾ ਹੀ ਹੁੰਦਾ, ਬਸ ਇਲੈਕਟ੍ਰੋਨ ਕੈਰੀਜ਼ ਨੈਗੇਟਿਵ ਚਾਰਜ, ਹੋਲ ਕੈਰੀਜ਼ ਪੋਜ਼ੀਟਿਵ ਚਾਰਜ। ਹੋਲਸ ਦਾ ਮਾਸ ਇਲੈਕਟ੍ਰੋਨਸ ਦੇ ਮਾਸ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ। ਠੀਕ ਹੈ। ਕਿਵੇਂ ਬਣਦੀ ਆ ਹੋਲ, ਕਿਸੇ ਕੋਵਲੈਂਟ ਬੌਂਡ ਦੇ ਟੁੱਟਣ ਨਾਲ ਜਦੋਂ ਇਲੈਕਟ੍ਰੋਨ ਫ੍ਰੀ ਹੋ ਜਾਂਦਾ ਤਾਂ ਪਿੱਛੇ ਇਲੈਕਟ੍ਰੋਨ ਦੀ ਜੋ ਵੇਕੈਂਟ ਸੀਟ ਹੈ ਦੈਟ ਇਜ਼ ਨੋਨ ਐਜ਼ ਹੋਲ। ਜਾਂ ਫਿਰ ਵੈਨ ਐਵਰ ਇਲੈਕਟ੍ਰੋਨ ਜੰਪਸ ਫਰੋਮ ਵੇਲੈਂਸ ਬੈਂਡ ਟੂ ਕੰਡਕਸ਼ਨ ਬੈਂਡ, ਤਾਂ ਵੇਲੈਂਸ ਬੈਂਡ ਦੇ ਵਿੱਚ ਇਲੈਕਟ੍ਰੋਨਸ ਦੀ ਜੋ ਵੇਕੈਂਟ ਸੀਟ ਬਚ ਜਾਂਦੀ ਹੈ ਦੈਟ ਇਜ਼ ਨੋਨ ਐਜ਼ ਹੋਲ। ਕਲੀਅਰ ਬੇਟਾ। ਕੈਨ 'ਚ ਲਿਸਨ ਹੁਣ ਕੇਅਰਫੁਲੀ, ਕੈਨ ਦੇ ਵਿੱਚ ਜਿਹੜਾ ਹੋਲ ਹੈ, ਹੋਲ ਇਟ ਇਜ਼ ਅ ਵੇਕੈਂਟ
ਸੀਟ ਆਫ ਇਲੈਕਟ੍ਰੋਨ, ਇਹ ਇਲੈਕਟ੍ਰੋਨ ਦੀ ਵੇਕੈਂਟ ਸੀਟ ਹੈ ਨਾ। ਹੋਲ ਕੀ ਹੈ? ਇਲੈਕਟ੍ਰੋਨ ਦੀ ਵੇਕੈਂਟ ਸੀਟ। ਬਟ ਇਟ plays a role of particle for conducting electricity। ਇਲੈਕਟ੍ਰੀਸਿਟੀ ਕੰਡਕਟ ਕਰਨ 'ਚ ਇੱਕ ਪਾਰਟੀਕਲ ਦਾ ਰੋਲ ਪਲੇ ਕਰਦਾ ਹੈ। ਇਟ ਪਲੇਜ਼ ਰੋਲ ਆਫ ਪਾਰਟੀਕਲ, ਕਿਉਂਕਿ ਆਪਾਂ ਨੇ ਪੜ੍ਹਿਆ ਹੈ ਨਾ ਵੀ ਇਲੈਕਟ੍ਰੀਸਿਟੀ ਕਦੋਂ ਪ੍ਰੋਡਿਊਸ ਹੁੰਦੀ ਹੈ? ਵੈਨ ਚਾਰਜ ਪਾਰਟੀਕਲਸ ਕੰਟੀਨਿਊਸਲੀ ਮੂਵ ਇਨ ਵਨ ਡਾਇਰੈਕਸ਼ਨ। ਵੈਨ ਚਾਰਜ ਪਾਰਟੀਕਲਸ ਕੰਟੀਨਿਊਸਲੀ ਮੂਵ ਇਨ ਵਨ ਡਾਇਰੈਕਸ਼ਨ। ਚਾਹੇ ਉਹ ਚਾਰਜ ਪਾਰਟੀਕਲਸ ਬੇਟਾ ਨੈਗੇਟਿਵ ਹੋਣ ਤਾਂ ਵੀ ਇਲੈਕਟ੍ਰੀਸਿਟੀ ਪ੍ਰੋਡਿਊਸ ਹੋਏਗੀ, ਜੇ ਉਹ ਚਾਰਜ ਪਾਰਟੀਕਲ ਪੋਜ਼ਿਟਿਵ ਨੇ ਤਾਂ ਵੀ ਇਲੈਕਟ੍ਰੀਸਿਟੀ ਪ੍ਰੋਡਿਊਸ ਹੋਏਗੀ, ਹੈ ਨਾ ਬੇਟਾ। ਵੈਨ ਚਾਰਜ ਪਾਰਟੀਕਲਸ ਕੰਟੀਨਿਊਸਲੀ ਮੂਵ ਇਨ ਵਨ ਡਾਇਰੈਕਸ਼ਨ, ਫਿਰ ਇਲੈਕਟ੍ਰੀਸਿਟੀ ਪ੍ਰੋਡਿਊਸ ਹੁੰਦੀ ਹੈ। ਅਗਰ ਉਹ ਚਾਰਜ ਪਾਰਟੀਕਲ ਨੈਗੇਟਿਵ ਨੇ ਤਾਂ ਵੀ ਇਲੈਕਟ੍ਰੀਸਿਟੀ ਪ੍ਰੋਡਿਊਸ ਹੋਏਗੀ, ਅਗਰ ਉਹ ਚਾਰਜ ਪਾਰਟੀਕਲ ਪੋਜ਼ਿਟਿਵ ਹੈ ਤਾਂ ਵੀ ਇਲੈਕਟ੍ਰੀਸਿਟੀ ਪ੍ਰੋਡਿਊਸ ਹੋਏਗੀ। ਇਲੈਕਟ੍ਰੀਸਿਟੀ ਇਲੈਕਟ੍ਰੋਨਸ ਕਾਰਨ ਵੀ ਪ੍ਰੋਡਿਊਸ ਹੁੰਦੀ ਹੈ ਐਂਡ ਇਲੈਕਟ੍ਰੀਸਿਟੀ ਹੋਲਸ ਕਾਰਨ ਵੀ ਪ੍ਰੋਡਿਊਸ ਹੁੰਦੀ ਹੈ। ਕਲੀਅਰ? ਇਲੈਕਟ੍ਰੀਸਿਟੀ ਹੋਲਸ ਕਾਰਨ ਕਿਵੇਂ ਪ੍ਰੋਡਿਊਸ ਹੁੰਦੀ ਹੈ ਮੈਂ ਤੁਹਾਨੂੰ ਸਮਝਾਉਣਾ ਵੀ ਇੱਕ ਹੋਲ ਵਾਈ ਹੋਲ ਪਲੇਜ਼ ਦਾ ਰੋਲ ਆਫ ਪਾਰਟੀਕਲ ਇਨ ਕੰਡਕਟਿੰਗ ਇਲੈਕਟ੍ਰੀਸਿਟੀ। ਹੋਲਸ ਕਾਰਨ ਇਲੈਕਟ੍ਰੀਸਿਟੀ ਕਿਵੇਂ ਕੰਡਕਟ ਹੋਏਗੀ ਮੈਂ ਤੁਹਾਨੂੰ ਪਹਿਲਾਂ ਬੌਂਡ ਥਿਊਰੀ ਦੇ ਅਕੋਰਡਿੰਗ ਸਮਝਾਉਣਾ ਹੈ, ਅਕੋਰਡਿੰਗ ਟੂ ਬੌਂਡ ਥਿਊਰੀ, ਹੈ ਨਾ। ਸੁਣੋ ਬੇਟਾ, ਜਿਹੜਾ ਇਹ ਹੋਲ ਹੈ, ਇਸ ਹੋਲ ਨੇ ਸਪੋਜ਼ ਕਰੋ ਆਹ ਵਾਲਾ ਇਲੈਕਟ੍ਰੋਨ ਅਟਰੈਕਟ ਕਰ ਲਿਆ, ਐਵੇਂ ਮੈਂ ਨਾਮ ਦੇ ਦਿੰਦਾ, ਦਿਸ ਵਨ ਇਜ਼ ਫਸਟ ਐਟਮ, ਦਿਸ ਵਨ ਇਜ਼ ਸੈਕਿੰਡ ਐਟਮ। ਹੋਲ ਨੇ ਫਸਟ ਐਟਮ ਦੇ ਹੋਲ ਨੇ ਸੈਕਿੰਡ ਐਟਮ ਦਾ ਇਲੈਕਟ੍ਰੋਨ ਅਟਰੈਕਟ ਕਰ ਲਿਆ। ਇਲੈਕਟ੍ਰੋਨ ਇੱਧਰ ਪਹੁੰਚ ਕੇ ਬੇਟਾ ਇਹ ਸਪੇਸ ਪੂਰੀ ਕਰ ਦੇਗਾ, ਇੱਥੇ ਇਲੈਕਟ੍ਰੋਨ ਆ ਗਿਆ, ਇੱਥੇ ਪਿੱਛੇ ਹੋਲ ਕ੍ਰੀਏਟ ਹੋ ਜਾਏਗਾ। ਤਾਂ ਬੇਟਾ ਇਲੈਕਟ੍ਰੋਨ ਦੀ ਮੂਵਮੈਂਟ ਤਾਂ ਹੋਈ ਇੱਧਰ ਨੂੰ, ਇਲੈਕਟ੍ਰੋਨ ਦੀ ਫਰੋਮ ਸੈਕਿੰਡ ਐਟਮ ਟੂ ਫਸਟ ਐਟਮ, ਮਤਲਬ ਇੱਥੇ ਦੇਖੋ ਮੈਂ ਲਿਖ ਰਿਹਾ ਇੱਥੇ ਇਲੈਕਟ੍ਰੋਨ ਮੂਵ ਹੋਇਆ ਸੈਕਿੰਡ ਐਟਮ ਤੋਂ ਫਸਟ ਐਟਮ ਵੱਲ, ਬਟ ਹੋਲ ਮੂਵ ਹੋਇਆ ਫਰੋਮ ਫਸਟ ਐਟਮ ਟੂ ਸੈਕਿੰਡ ਐਟਮ ਵੱਲ। ਪਹਿਲਾਂ ਹੋਲ ਫਸਟ ਐਟਮ ਤੇ ਸੀਗਾ, ਹੁਣ ਕਿੱਥੇ ਚਲਾ ਗਿਆ? ਸੈਕਿੰਡ ਐਟਮ ਤੇ। ਸਮਝ ਗਏ? ਸਮਝ ਆਈ ਬੇਟਾ ਕਿ ਨਹੀਂ ਆਈ? ਐਵੇਂ ਇਲੈਕਟ੍ਰੋਨਸ ਮੂਵ ਕਰਦੇ ਨੇ ਇੱਕ ਸਾਈਡ ਵੱਲ, ਆਪਾਂ ਨੂੰ ਐਵੇਂ ਲੱਗਦਾ ਵੀ ਹੋਲਸ ਮੂਵ ਕਰ ਗਏ ਦੂਸਰੀ ਸਾਈਡ ਵੱਲ। ਸਮਝ ਗਏ? ਜਿਵੇਂ ਬੈਂਡ ਥਿਊਰੀ ਦੇ ਅਕੋਰਡਿੰਗ ਦੱਸ ਦਿੰਦੇ, ਅਕੋਰਡਿੰਗ ਟੂ ਬੈਂਡ ਥਿਊਰੀ ਜਦ ਤੱਕ ਤਾਂ ਹੋਲਸ ਨਹੀਂ ਸੀਗੇ, ਇੱਧਰਲੀ ਸਟਰਕਚਰ ਦੇਖੋ, ਜਦ ਤੱਕ ਹੋਲਸ ਨਹੀਂ ਸੀ ਇਹਦੇ ਇਲੈਕਟ੍ਰੋਨਸ ਕਿਤੇ ਮੂਵ ਨਹੀਂ ਕਰ ਸਕਦੇ ਸੀ, ਇਹਦੇ ਇਲੈਕਟ੍ਰੋਨਸ ਕਿਤੇ ਵੀ ਮੂਵ ਨਹੀਂ ਕਰ ਸਕਦੇ ਸੀ। ਕਿਉਂਕਿ ਇਹਦੇ ਇਲੈਕਟ੍ਰੋਨਸ ਮੂਵ ਨਹੀਂ ਕਰ ਸਕਦੇ ਸੀਗੇ, ਸਬਸਟਾਂਸ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰ ਸਕਦਾ ਸੀ, ਇਟ ਬਿਹੇਵਸ ਲਾਈਕ ਇਨਸੂਲੇਟਰ, ਹੈ ਨਾ। ਬਟ ਜਦੋਂ ਇਲੈਕਟ੍ਰੋਨਸ ਜੰਪ ਕਰਕੇ ਕਿੱਥੇ ਚਲੇ ਗਏ ਬੇਟਾ? ਕੰਡਕਸ਼ਨ ਬੈਂਡ 'ਚ, ਅਸੀਂ ਉਹਨਾਂ ਨੂੰ ਕੀ ਦਿੱਤੀ? ਹੀਟ ਐਨਰਜੀ ਦੇਣ ਨਾਲ ਇਲੈਕਟ੍ਰੋਨਸ ਜੰਪ ਕਰ ਗਏ ਫਰੋਮ ਵੇਲੈਂਸ ਬੈਂਡ ਟੂ ਕੰਡਕਸ਼ਨ ਬੈਂਡ, ਪਿੱਛੇ ਕੀ ਕ੍ਰੀਏਟ ਹੋ ਗਏ? ਹੋਲਸ। ਹੁਣ ਜਿਹੜੇ ਵੇਲੈਂਸ ਬੈਂਡ ਦੇ ਇਲੈਕਟ੍ਰੋਨਸ ਹੈ ਇਹ ਇਲੈਕਟ੍ਰੋਨਸ ਨੂੰ ਆਹ ਹੋਲਸ ਅਟਰੈਕਟ ਕਰ ਸਕਦੀਆਂ ਨੇ। ਹੋਲਸ ਕੈਰੀਜ਼ ਪੋਜ਼ਿਟਿਵ ਚਾਰਜ, ਇਲੈਕਟ੍ਰੋਨ ਕੈਰੀਜ਼ ਨੈਗੇਟਿਵ ਚਾਰਜ। ਇਹ ਇਲੈਕਟ੍ਰੋਨਸ ਇਹਨਾਂ ਹੋਲਸ ਵੱਲ ਅਟਰੈਕਟ ਹੋ ਸਕਦੇ ਨੇ। ਜਦੋਂ ਇਹ ਇਲੈਕਟ੍ਰੋਨ ਬੇਟਾ ਆਹ ਇਲੈਕਟ੍ਰੋਨ ਉਰੇ ਚਲਾ ਗਿਆ, ਆਹ ਸਪੇਸ ਫਿਲ ਹੋ ਗਈ, ਆਹ ਇਲੈਕਟ੍ਰੋਨ ਉਰੇ ਚਲਾ ਗਿਆ, ਆਹ ਸਪੇਸ ਫਿਲ ਹੋ ਗਈ, ਪਿੱਛੇ ਕੀ ਕ੍ਰੀਏਟ ਹੋ ਗਏ? ਹੋਲ। ਇਲੈਕਟ੍ਰੋਨਸ ਇੱਕ ਜਗ੍ਹਾ ਤੋਂ ਚੈੱਕ ਕਰੋ, ਵੇਲੈਂਸ ਬੈਂਡ ਦੇ ਵਿੱਚ ਇਲੈਕਟ੍ਰੋਨਸ ਇੱਕ ਸਟੇਟ ਤੋਂ ਦੂਸਰੀ ਸਟੇਟ 'ਤੇ ਜਾ ਰਹੇ ਨੇ, ਇਲੈਕਟ੍ਰੋਨਸ ਦੀ ਮੂਵਮੈਂਟ ਹੋ ਰਹੀ ਹੈ। ਇਲੈਕਟ੍ਰੋਨਸ ਦੀ ਮੂਵਮੈਂਟ ਕਿਉਂ ਹੋ ਰਹੀ ਹੈ? ਡਿਊ ਟੂ ਦਾ ਪ੍ਰੈਜ਼ੈਂਸ ਆਫ ਹੋਲਸ, ਹੈ ਨਾ। ਇਲੈਕਟ੍ਰੋਨਸ ਦੀ ਮੂਵਮੈਂਟ ਬੇਟਾ ਹੋਲਸ ਦੇ ਕਾਰਨ ਵੇਲੈਂਸ ਬੈਂਡ ਦੇ ਇਲੈਕਟ੍ਰੋਨਸ ਮੂਵ ਕਰਨ ਲੱਗ ਗਏ, ਹੈ ਨਾ। ਇਲੈਕਟ੍ਰੋਨਸ ਮੂਵ ਕੀਤੇ ਨੇ ਬਟ ਦੇਖਣ 'ਚ ਆਪਾਂ ਨੂੰ ਕੀ ਲੱਗ ਰਿਹਾ ਵੀ ਹੋਲਸ ਮੂਵ ਕਰ ਗਈਆਂ, ਆਹ ਵਾਲੀ ਹੋਲ ਉਰੇ ਚਲੀ ਗਈ, ਆਹ ਵਾਲੀ ਹੋਲ ਉਰੇ ਚਲੀ ਗਈ। ਤਾਂ ਹੋਲਸ ਦੀ ਮੂਵਮੈਂਟ ਕਾਰਨ ਇੱਥੇ ਹੋਲਸ ਦੀ ਮੂਵਮੈਂਟ ਹੋ ਰਹੀ ਹੈ ਨਾ ਬੇਟਾ, ਟੈਲ ਮੀ ਹੋਲਸ ਦੀ ਮੂਵਮੈਂਟ ਹੋ ਰਹੀ ਹੈ ਨਾ। ਹੋਲਸ ਇੱਕ ਪਲੇਸ ਤੋਂ ਦੂਸਰੀ ਪਲੇਸ 'ਤੇ ਗਈਆਂ ਨੇ, ਜਦ ਕਿ ਗਏ ਤਾਂ ਇਲੈਕਟ੍ਰੋਨਸ ਨੇ,
ਗਏ ਇਲੈਕਟ੍ਰੋਨਸ ਹੈ, ਦੇਖਣ 'ਚ ਤੁਹਾਨੂੰ ਐਵੇਂ ਲੱਗੇਗਾ ਵੀ ਕੀ ਮੂਵ ਕਰ ਗਈਆਂ, ਹੋਲਸ ਦੀ ਮੂਵਮੈਂਟ ਹੋਈ, ਹੋਲਸ ਦੀ ਮੂਵਮੈਂਟ ਕਾਰਨ ਹੋਲ ਕਰੰਟ ਬਣੇਗਾ। ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਦੀ ਮੂਵਮੈਂਟ ਹੋਏਗੀ, ਇਲੈਕਟ੍ਰੋਨਿਕ ਕਰੰਟ ਬਣੇਗਾ। ਬੇਟਾ ਧਿਆਨ ਨਾਲ ਸੁਣੋ, ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਦੀ ਮੂਵਮੈਂਟ ਹੋਣ ਕਾਰਨ ਇਲੈਕਟ੍ਰੋਨਿਕ ਕਰੰਟ ਬਣੇਗਾ, ਐਂਡ ਵੇਲੈਂਸ ਬੈਂਡ 'ਚ ਹੋਲਸ ਦੀ ਮੂਵਮੈਂਟ ਕਾਰਨ ਹੋਲ ਕਰੰਟ ਬਣੇਗਾ। ਟੋਟਲ ਕਰੰਟ ਦੋਨੇ ਕਰੰਟਸ ਦੀ ਐਡੀਸ਼ਨ, ਜਿਹੜਾ ਟੋਟਲ ਕਰੰਟ ਬਣੇਗਾ ਦੋਨੇ ਕਰੰਟਸ ਦੀ ਐਡੀਸ਼ਨ ਬਣੇਗਾ। ਮਤਲਬ ਕਹਿਣ ਦਾ ਇਹ ਹੈ ਵੀ ਸੈਮੀ ਕੰਡਕਟਰ ਮਟੀਰੀਅਲ 'ਚ, ਸੈਮੀ ਕੰਡਕਟਰ ਮਟੀਰੀਅਲ ਦੇ ਵਿੱਚ ਇਲੈਕਟ੍ਰੋਨਸ ਕਾਰਨ ਵੀ ਕਰੰਟ ਬਣਦਾ ਹੈ, ਹੋਲਸ ਕਾਰਨ ਵੀ ਕਰੰਟ ਬਣਦਾ ਹੈ, ਦੋਨੇ ਕਰੰਟਸ ਦੀ ਐਡੀਸ਼ਨ ਕਰਕੇ ਟੋਟਲ ਕਰੰਟ ਬਣਦਾ ਹੈ, ਬਿਕੋਜ਼ ਕਰੰਟ ਇਜ਼ ਅ ਸਕੇਲਰ ਕੁਆਂਟਿਟੀ। ਐਵੇਂ ਨਾ ਸਮਝ ਲਿਓ ਵੀ ਇਲੈਕਟ੍ਰੋਨਸ ਤਾਂ ਮੂਵ ਕਰ ਰਹੇ ਨੇ ਇੱਕ ਸਾਈਡ ਵੱਲ, ਹੋਲਸ ਮੂਵ ਕਰ ਰਹੀਆਂ ਨੇ ਓਪੋਜ਼ਿਟ ਸਾਈਡ ਵੱਲ, ਹੈ ਨਾ, ਤਾਂ ਦੋਨੇ ਕਰੰਟਸ ਕਿਤੇ ਮਾਈਨਸ ਕਰ ਦਿਓ। ਕਰੰਟ ਵੈਕਟਰ ਕੁਆਂਟਿਟੀ ਨਹੀਂ ਹੈ ਬੇਟਾ, ਕਰੰਟ ਇਜ਼ ਅ ਸਕੇਲਰ ਕੁਆਂਟਿਟੀ, ਹੈ ਨਾ। ਤਾਂ ਇਲੈਕਟ੍ਰੋਨਸ ਦੀ ਮੂਵਮੈਂਟ ਕਾਰਨ ਇਲੈਕਟ੍ਰੋਨਿਕ ਕਰੰਟ ਬਣੇਗਾ, ਹੋਲਸ ਦੀ ਮੂਵਮੈਂਟ ਕਾਰਨ ਹੋਲ ਕਰੰਟ ਬਣੇਗਾ। ਟੋਟਲ ਕਰੰਟ ਦੋਨੇ ਕਰੰਟਸ ਦੀ ਸਮ ਕਰਕੇ ਟੋਟਲ ਕਰੰਟ ਬਣੇਗਾ। ਐਗਰੀਡ ਬੇਟਾ, ਸਮਝ ਆ ਗਈ ਵੀ ਸੈਮੀ ਕੰਡਕਟਰਸ 'ਚ ਜਿੰਨੇ ਇਲੈਕਟ੍ਰੋਨਸ ਕੰਡਕਸ਼ਨ ਬੈਂਡ 'ਚ ਹੋਣਗੇ ਉਹ ਇਲੈਕਟ੍ਰੋਨਿਕ ਕਰੰਟ ਬਣਾਉਣਗੇ, ਜਿੰਨੀਆਂ ਹੋਲਸ ਵੇਲੈਂਸ ਬੈਂਡ 'ਚ ਹੋਣਗੀਆਂ, ਬੇਟਾ ਸੁਣੋ ਕੇਅਰਫੁਲੀ, ਵੇਲੈਂਸ ਬੈਂਡ ਦੇ ਇਲੈਕਟ੍ਰੋਨਸ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰ ਸਕਦੇ, ਬਟ ਵੇਲੈਂਸ ਬੈਂਡ 'ਚ, ਵੇਲੈਂਸ ਬੈਂਡ ਦੇ ਇਲੈਕਟ੍ਰੋਨਸ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਦੇ ਜਦ ਤੱਕ ਉਹਨਾਂ 'ਚ ਹੋਲਸ ਨਹੀਂ ਆਉਂਦੀਆਂ। ਬਟ ਜਦੋਂ ਤੁਹਾਡੇ ਵੇਲੈਂਸ ਬੈਂਡ 'ਚ ਹੋਲਸ ਆ ਗਈਆਂ, ਜਦੋਂ ਵੇਲੈਂਸ ਬੈਂਡ 'ਚ ਹੋਲਸ ਆ ਗਈਆਂ, ਇਹਦੇ ਇਲੈਕਟ੍ਰੋਨਸ ਮੂਵ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹਨਾਂ ਹੋਲਸ ਕਾਰਨ ਇਲੈਕਟ੍ਰੋਨਸ ਦੀ ਮੂਵਮੈਂਟ ਹੁੰਦੀ ਹੈ। ਮੂਵਮੈਂਟ ਇਲੈਕਟ੍ਰੋਨਸ ਦੀ ਹੁੰਦੀ ਹੈ, ਬਟ ਅਸੀਂ ਕਹਿੰਦੇ ਹਾਂ ਵੀ ਹੋਲਸ ਮੂਵ ਕਰ ਰਹੀਆਂ ਨੇ। ਕੀ ਮੂਵ ਕਰ ਰਹੀਆਂ ਨੇ? ਆ ਦੇਖੋ, ਆਹ ਇਲੈਕਟ੍ਰੋਨ ਇੱਥੇ ਚਲਾ ਗਿਆ, ਆਹ ਇਲੈਕਟ੍ਰੋਨ ਉਰੇ ਚਲਾ ਗਿਆ, ਪਰ ਦੇਖਣ 'ਚ ਤਾਂ ਐਂ ਲੱਗਦਾ ਨਾ ਵੀ ਆਹ ਵਾਲੀ ਹੋਲ ਉਰੇ ਆ ਗਈ, ਆਹ ਵਾਲੀ ਹੋਲ ਉਰੇ ਆ ਗਈ। ਮੂਵਮੈਂਟ ਇਲੈਕਟ੍ਰੋਨਸ ਦੀ ਹੁੰਦੀ ਹੈ, ਬਟ ਦੇਖਣ 'ਚ ਇਹ ਲੱਗਦਾ ਵੀ ਹੋਲਸ ਮੂਵ ਕਰ ਰਹੀਆਂ ਨੇ। ਤਾਂ ਬੇਟਾ ਜਿਵੇਂ ਕੰਡਕਸ਼ਨ ਬੈਂਡ 'ਚ, ਕੇਅਰਫੁਲੀ ਸੁਣੋ, ਜਿਵੇਂ ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਦੀ ਮੂਵਮੈਂਟ ਕਾਰਨ ਇਲੈਕਟ੍ਰੋਨਿਕ ਕਰੰਟ ਬਣਦਾ ਹੈ, ਉਵੇਂ ਵੇਲੈਂਸ ਬੈਂਡ 'ਚ ਹੋਲਸ ਦੀ ਮੂਵਮੈਂਟ ਕਾਰਨ ਹੋਲ ਕਰੰਟ ਬਣਦਾ ਹੈ, ਐਂਡ ਦੋਨੇ ਕਰੰਟਸ ਦੀ ਸਮੇਸ਼ਨ ਕਰਕੇ ਟੋਟਲ ਕਰੰਟ ਬਣਦਾ ਹੈ ਸੈਮੀ ਕੰਡਕਟਰ। ਹੋਲਸ ਕੀ ਹੁੰਦੀਆਂ ਨੇ ਬੇਟਾ? ਹੋਲਸ ਕਿਹਨੂੰ ਕਹਿੰਦੇ ਨੇ? ਹੋਲ ਕਿਹਨੂੰ ਕਹਿੰਦੇ ਨੇ, ਕੀ ਹੁੰਦੀਆਂ ਨੇ ਹੋਲਸ 'ਤੇ ਕਿੰਨਾ ਚਾਰਜ ਹੁੰਦਾ ਹੈ, ਕਿੰਨਾ ਮਾਸ ਹੁੰਦਾ ਹੈ? ਕਹਿਣ ਦੇ ਵਿੱਚ ਤਾਂ ਹੋਲ ਇਲੈਕਟ੍ਰੋਨ ਦੀ ਵੇਕੈਂਟ ਸੀਟ ਹੈ, ਬਟ ਉਹ ਇਲੈਕਟ੍ਰੀਸਿਟੀ ਕੰਡਕਟ ਕਰਵਾਉਣ 'ਚ ਇੱਕ ਪਾਰਟੀਕਲ ਦਾ ਰੋਲ ਪਲੇ ਕਰਦੀ ਹੈ। ਕਲੀਅਰ? ਸੈਮੀ ਕੰਡਕਟਰਸ 'ਚ ਇਲੈਕਟ੍ਰੋਨਸ ਕਾਰਨ ਵੀ ਕਰੰਟ ਬਣਦਾ ਹੈ, ਕੰਡਕਸ਼ਨ ਬੈਂਡ ਦੇ ਇਲੈਕਟ੍ਰੋਨਸ ਕਾਰਨ ਕਰੰਟ ਬਣਦਾ ਹੈ, ਜਿਹਨੂੰ ਇਲੈਕਟ੍ਰੋਨਿਕ ਕਰੰਟ ਕਹਿੰਦੇ ਨੇ, ਐਂਡ ਵੇਲੈਂਸ ਬੈਂਡ ਦੀਆਂ ਹੋਲਸ ਕਾਰਨ ਕਰੰਟ ਬਣਦਾ ਹੈ, ਜਿਹਨੂੰ ਹੋਲ ਕਰੰਟ ਕਹਿੰਦੇ ਨੇ। ਟੋਟਲ ਕਰੰਟ ਦੋਨੇ ਕਰੰਟਸ ਦੀ ਐਡੀਸ਼ਨ। ਠੀਕ ਹੈ ਬੇਟਾ? ਅੱਛਾ ਹੁਣ ਲਿਸਨ ਕੇਅਰਫੁਲੀ ਬੇਟਾ, ਲਿਸਨ। ਇੰਟ੍ਰਿੰਸਿਕ ਤਿੰਨ ਚਾਰ ਇੰਪੋਰਟੈਂਟ ਚੀਜ਼ਾਂ ਮੈਂ ਹੋਰ ਦੱਸ ਰਿਹਾ ਤੁਹਾਨੂੰ। ਵੇਟ ਅ ਮਿੰਟ। ਇੰਟ੍ਰਿੰਸਿਕ ਸੈਮੀ ਕੰਡਕਟਰ ਦੀਆਂ ਲਿਮਿਟੇਸ਼ਨਸ। ਪਹਿਲੀ ਲਿਮਿਟੇਸ਼ਨ, ਜਿਹੜੇ ਇੰਟ੍ਰਿੰਸਿਕ ਸੈਮੀ ਕੰਡਕਟਰਸ ਨੇ ਇਹਨਾਂ 'ਚ ਚਾਰਜ ਕੈਰੀਅਰਸ ਦੀ ਗਿਣਤੀ ਘੱਟ ਹੁੰਦੀ ਹੈ। ਚਾਰਜ ਕੈਰੀਅਰਸ ਕਿਹਨਾਂ ਨੂੰ ਕਹਿੰਦੇ ਨੇ? ਜਿਨ੍ਹਾਂ ਕਾਰਨ ਕਰੰਟ ਬਣਦਾ ਹੈ। ਕਰੰਟ ਬਣਦਾ ਇਲੈਕਟ੍ਰੋਨਸ ਕਾਰਨ ਅਤੇ ਹੋਲਸ ਕਾਰਨ। ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਅਤੇ ਵੇਲੈਂਸ ਬੈਂਡ 'ਚ ਹੋਲਸ ਦੀ ਗਿਣਤੀ ਘੱਟ ਹੁੰਦੀ ਹੈ, ਜਿਸ ਕਰਕੇ ਇਹਨਾਂ ਦੀ ਕੰਡਕਟਿਵਿਟੀ ਲੋ ਹੁੰਦੀ ਹੈ। ਇਟ ਹੈਵ ਲੋ ਕੰਡਕਟਿਵਿਟੀ। ਇੰਟ੍ਰਿੰਸਿਕ ਸੈਮੀ ਕੰਡਕਟਰਸ ਦੀ, ਬੇਟਾ ਮੈਂ ਇੰਟ੍ਰਿੰਸਿਕ ਸੈਮੀ ਕੰਡਕਟਰਸ ਬਾਰੇ ਦੱਸ ਰਿਹਾ। ਇੰਟ੍ਰਿੰਸਿਕ ਸੈਮੀ ਕੰਡਕਟਰਸ ਦੀ ਕੰਡਕਟਿਵਿਟੀ ਲੋ ਹੁੰਦੀ ਹੈ। ਕਲੀਅਰ? ਦੂਸਰੀ ਲਿਮਿਟੇਸ਼ਨ, ਸੈਕਿੰਡ ਲਿਮਿਟੇਸ਼ਨ, ਤੁਸੀਂ ਇਹਨਾਂ ਦੀ ਕੰਡਕਟਿਵਿਟੀ ਸਿਰਫ ਕਿਸ 'ਤੇ ਡਿਪੈਂਡ ਕਰ ਗਈ? ਟੈਂਪਰੇਚਰ 'ਤੇ, ਹੈ ਨਾ। ਤੁਸੀਂ ਇਹਨਾਂ ਦੀ ਕੰਡਕਟਿਵਿਟੀ ਜ਼ਿਆਦਾ ਇਨਕਰੀਜ਼ ਨਹੀਂ ਕਰ ਸਕਦੇ, ਕਿਉਂਕਿ ਕੋਈ ਵੀ ਸਬਸਟਾਂਸ ਇੰਨਾ ਫਲੈਕਸੀਬਲ ਨਹੀਂ ਹੁੰਦਾ ਵੀ ਉਹ ਜਿੰਨਾ ਮਰਜ਼ੀ ਟੈਂਪਰੇਚਰ, ਹੈ ਨਾ, ਸਹਿਣ ਕਰ ਸਕੇ, ਹੈ ਨਾ। ਤੁਸੀਂ ਅਗਰ ਇੱਕ ਲਿਮਿਟ ਤੋਂ ਜ਼ਿਆਦਾ ਟੈਂਪਰੇਚਰ ਵਧਾਓਗੇ, ਹੈ ਨਾ, ਇੱਕ ਲਿਮਿਟ ਤੋਂ ਜ਼ਿਆਦਾ ਟੈਂਪਰੇਚਰ ਵਧਾਓਗੇ ਤਾਂ ਸ਼ਾਇਦ ਸਬਸਟਾਂਸ ਬਰਨ ਕਰ ਜੇ। ਤੁਸੀਂ ਲਾਲਚ 'ਚ ਆ ਕੇ, ਹੈ ਨਾ, ਅਨਲਿਮਿਟਿਡ ਟੈਂਪਰੇਚਰ ਨਹੀਂ ਵਧਾ ਸਕਦੇ। ਠੀਕ ਹੈ, ਇਹਨਾਂ ਦੀ ਕੰਡਕਟਿਵਿਟੀ ਓਨਲੀ ਡਿਪੈਂਡਸ ਅਪੋਨ ਟੈਂਪਰੇਚਰ, ਬਟ ਤੁਸੀਂ ਅਨਲਿਮਿਟਿਡ ਕੰਡਕਟਿਵਿਟੀ ਇਨਕਰੀਜ਼ ਨਹੀਂ ਕਰ ਸਕਦੇ, ਕਿਉਂਕਿ ਅਗਰ ਤੁਸੀਂ ਅਨਲਿਮਿਟਿਡ ਟੈਂਪਰੇਚਰ ਵਧਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਸਬਸਟਾਂਸ ਬਰਨ ਹੋ ਜਾਏਗਾ, ਹੈ ਨਾ। ਤਾਂ ਇਹਨਾਂ ਦੀ ਇੱਕ ਕਮੀ ਹੈ ਵੀ
ਇੰਟ੍ਰਿੰਸਿਕ ਸੈਮੀਕੰਡਕਟਰਸ ਦੀ ਕੰਡਕਟਿਵਿਟੀ ਇੱਕ ਲਿਮਿਟ 'ਚ ਰਹਿ ਕੇ ਹੀ ਇਨਕਰੀਜ਼ ਹੋਏਗੀ, ਅਨਲਿਮਿਟਿਡ ਤੁਸੀਂ ਇਨਕਰੀਜ਼ ਨਹੀਂ ਕਰ ਸਕਦੇ। ਥਰਡ, ਇੰਟ੍ਰਿੰਸਿਕ ਸੈਮੀਕੰਡਕਟਰਸ 'ਚ ਬੇਟਾ ਜਿੰਨੇ ਇਲੈਕਟ੍ਰੋਨਸ ਦੀ ਨੰਬਰ ਡੈਂਸਿਟੀ ਹੁੰਦੀ ਹੈ ਉਨੀ ਹੋਲਸ ਦੀ ਹੁੰਦੀ ਹੈ। ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ ਇਨ ਕੰਡਕਸ਼ਨ ਬੈਂਡ ਇਜ਼ ਇਕੁਅਲ ਟੂ ਨੰਬਰ ਡੈਂਸਿਟੀ ਆਫ ਹੋਲਸ ਇਨ ਵੇਲੈਂਸ ਬੈਂਡ। ਜਿੰਨੇ ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਹੋਣਗੇ ਉਨੀ ਵੇਲੈਂਸ ਬੈਂਡ 'ਚ ਹੋਲਸ ਹੋਣਗੀਆਂ, ਜਿੰਨੇ ਇਲੈਕਟ੍ਰੋਨਸ ਉਨੀ ਹੋਲਸ। ਇਸ ਕਰਕੇ ਇੰਟ੍ਰਿੰਸਿਕ ਸੈਮੀਕੰਡਕਟਰ ਜ਼ਿਆਦਾ ਯੂਜ਼ਫੁਲ ਨਹੀਂ ਹੁੰਦੇ। ਜ਼ਿਆਦਾ ਸੈਮੀਕੰਡਕਟਰ ਜ਼ਿਆਦਾ ਯੂਜ਼ਫੁਲ ਕਿਹੜੇ ਹੁੰਦੇ ਨੇ? ਜਿਨ੍ਹਾਂ 'ਚ ਜਾਂ ਤਾਂ NE ਬਹੁਤ ਜ਼ਿਆਦਾ ਹੋਵੇ NH ਨਾਲੋਂ, ਜਾਂ ਜਿਨ੍ਹਾਂ 'ਚ NE ਬਹੁਤ ਘੱਟ ਹੋਵੇ NH ਨਾਲੋਂ। ਜਿਨ੍ਹਾਂ 'ਚ NE ਜ਼ਿਆਦਾ ਹੁੰਦੀ ਹੈ ਉਹਨੂੰ N ਟਾਈਪ ਸੈਮੀਕੰਡਕਟਰਸ ਕਹਿੰਦੇ ਨੇ, ਕੈਮਿਸਟਰੀ 'ਚ ਪੜ੍ਹਿਆ ਹੋਏਗਾ। ਜਿਨ੍ਹਾਂ 'ਚ NH ਜ਼ਿਆਦਾ ਹੁੰਦੀ ਹੈ ਉਹਨੂੰ P ਟਾਈਪ ਸੈਮੀਕੰਡਕਟਰਸ। ਤਾਂ ਜਾਂ ਤਾਂ P ਟਾਈਪ ਸੈਮੀਕੰਡਕਟਰ ਯੂਜ਼ਫੁਲ ਹੁੰਦੇ ਨੇ ਜਾਂ N ਟਾਈਪ ਸੈਮੀਕੰਡਕਟਰ ਯੂਜ਼ ਹੁੰਦੇ ਨੇ, ਹੈ ਨਾ। ਇੰਟ੍ਰਿੰਸਿਕ ਸੈਮੀਕੰਡਕਟਰਸ 'ਚ ਇਹ ਗਿਣਤੀ ਇਕੁਅਲ ਹੈ, ਇਸ ਕਰਕੇ ਇਹ ਕੰਡਕਟਰਸ ਜ਼ਿਆਦਾ ਯੂਜ਼ਫੁਲ ਨਹੀਂ ਹੁੰਦੇ। ਮੈਂ ਤੁਹਾਨੂੰ ਕੀ ਲਿਮਿਟੇਸ਼ਨਸ ਦੱਸੀਆਂ ਨੇ ਬੇਟਾ? ਪਹਿਲੀ ਲਿਮਿਟੇਸ਼ਨ ਤਾਂ ਤੁਹਾਨੂੰ ਇਹ ਦੱਸਿਆ ਵੀ ਜਿਹੜੇ ਇੰਟ੍ਰਿੰਸਿਕ ਸੈਮੀਕੰਡਕਟਰਸ ਹੁੰਦੇ ਨੇ ਇਹਨਾਂ 'ਚ ਚਾਰਜ ਕੈਰੀਅਰਸ ਦੀ ਗਿਣਤੀ ਘੱਟ ਹੁੰਦੀ ਹੈ, ਗਿਣਤੀ ਘੱਟ ਹੋਣ ਕਰਕੇ ਕੰਡਕਟਿਵਿਟੀ ਲੋ ਹੁੰਦੀ ਹੈ। ਦੂਸਰਾ ਵੀ ਇਹਨਾਂ ਦੀ ਕੰਡਕਟਿਵਿਟੀ ਸਿਰਫ ਕਿਸ 'ਤੇ ਡਿਪੈਂਡ ਕਰ ਗਈ? ਟੈਂਪਰੇਚਰ 'ਤੇ। ਅਤੇ ਤੁਸੀਂ ਅਨਲਿਮਿਟਿਡ ਟੈਂਪਰੇਚਰ ਨਹੀਂ ਵਧਾ ਸਕਦੇ, ਇਹਨਾਂ ਦੀ ਕੰਡਕਟਿਵਿਟੀ ਅਨਲਿਮਿਟਿਡ ਇਨਕਰੀਜ਼ ਨਹੀਂ ਕਰ ਸਕਦੇ। ਤੀਸਰਾ, ਇਹਨਾਂ 'ਚ ਇਲੈਕਟ੍ਰੋਨਸ ਅਤੇ ਹੋਲਸ ਦੀ ਗਿਣਤੀ ਇਕੁਅਲ ਹੋਣ ਕਰਕੇ ਇਹ ਕੰਡਕਟਰ ਜ਼ਿਆਦਾ ਯੂਜ਼ਫੁਲ ਨਹੀਂ ਹੈਗੇ। ਜ਼ਿਆਦਾ ਯੂਜ਼ਫੁਲ ਕੰਡਕਟਰਸ ਕਿਹੜੇ ਹੁੰਦੇ ਨੇ? ਜਾਂ ਜਿਨ੍ਹਾਂ 'ਚ ਇਲੈਕਟ੍ਰੋਨਸ ਦੀ ਗਿਣਤੀ ਜ਼ਿਆਦਾ ਹੋਵੇ ਜਾਂ ਜਿਨ੍ਹਾਂ 'ਚ ਹੋਲਸ ਦੀ ਗਿਣਤੀ ਜ਼ਿਆਦਾ ਹੋਵੇ, ਇਹ ਜ਼ਿਆਦਾ ਯੂਜ਼ਫੁਲ ਹੁੰਦੇ ਨੇ ਬੇਟਾ। ਆਹ ਜ਼ਿਆਦਾ ਯੂਜ਼ਫੁਲ ਨਹੀਂ ਹੈਗੇ। ਸੋ ਦਿਸ ਇਜ਼ ਆਲ ਅਬਾਊਟ, ਦੇਖੋ ਇੱਕ ਪੇਜ ਦੇ ਉੱਪਰ ਮੈਂ ਤੁਹਾਨੂੰ ਕਾਫੀ ਕੁਛ ਐਕਸਪਲੇਨ ਕਰਤਾ, ਹੈ ਨਾ। ਦਿਸ ਇਜ਼ ਆਲ ਅਬਾਊਟ ਇੰਟ੍ਰਿੰਸਿਕ ਸੈਮੀਕੰਡਕਟਰਸ। ਕਲੀਅਰ ਬੇਟਾ? ਇਹਨੂੰ ਪ੍ਰੋਪਰਲੀ ਰੀਡ ਆਊਟ ਕਰ ਲਿਓ, ਬਾਕੀ ਆਪਾਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।